ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਮੂਹ ਨੂੰ ਜੀ ਆਇਆਂ ਨੂੰ ਅੱਜ ਦੇ ਇਸ ਮਾਡਰਨ ਕਨਸੈਪਟ ਦੇ ਵਿੱਚ ਜਿਹਦੇ 'ਚ ਅਸੀਂ ਰਹਿ ਰਹੇ ਹੈਗੇ ਹਾਂ ਅਤੇ ਆਲੇ ਦੁਆਲੇ ਦੇ ਵਿੱਚ ਜਿੰਨਾ ਇਨਫਲੂਐਂਸ ਹੈ ਸਾਡੇ ਉੱਤੇ ਰਾਵਾਂ ਦਾ, ਵਿਚਾਰਾਂ ਦਾ, ਖਿਆਲਾਂ ਦਾ, ਅਤੇ ਕਈ ਵਾਰੀ ਐਸਾ ਹੁੰਦਾ ਕਿ ਆਵਾਜ਼ ਇਤਨੀ ਜ਼ੋਰਾਵਰ ਹੁੰਦੀ ਆਲੇ ਦੁਆਲੇ ਦੀ, ਅਸੀਂ ਆਪਣੀ ਅਸਲ ਆਵਾਜ਼ ਜਾਂ ਅਸਲ ਅਸਲੀਅਤ ਜਿਹੜੀ ਹੈ ਉਹ ਭੁੱਲ ਜਾਂਦੇ ਹਾਂ। ਇਹਦੇ ਵਿੱਚ ਹੀ ਦੋ ਚੀਜ਼ਾਂ ਦੇ ਉੱਤੇ ਬੜੀ ਗੱਲ ਕੀਤੀ ਜਾਂਦੀ, ਪੋਜ਼ੀਟਿਵਿਟੀ ਅਤੇ ਨੈਗੇਟਿਵਿਟੀ। ਫਿਲਾਸਫੀ ਦੇ ਵਿੱਚ ਕਈ ਵਾਰੀ ਇਹ ਗੱਲ ਕੀਤੀ ਜਾਂਦੀ ਜਾਂ ਇਸ ਕਿਸਮ ਦੀਆਂ ਐਗਜ਼ਾਮਪਲਸ ਕੀਤੀਆਂ ਜਾਂਦੀਆਂ ਕਿ ਇਫ ਯੂ ਹੈਵ ਏ ਗਲਾਸ ਆਫ ਵਾਟਰ, ਹਾਫ ਇਜ਼ ਐਮਪਟੀ ਐਂਡ ਹਾਫ ਇਜ਼ ਫੁੱਲ, ਜਸਟ ਪੇ ਅਟੈਂਸ਼ਨ ਟੂਵਰਡ ਦਾ ਫੁੱਲ ਪਾਰਟ, ਨੋਟ ਟੂਵਰਡ ਦਾ ਹਾਫ ਪਾਰਟ। ਬਟ ਜਦੋਂ ਅਸੀਂ ਰੀਅਲ ਕਨਸੈਪਟ ਵਿੱਚ ਦੇਖਦੇ ਹੈਗੇ ਤਾਂ ਜ਼ਿੰਦਗੀ ਇਹਨਾਂ ਦੋਨਾਂ ਦਾ ਮਿਕਸਚਰ ਹੈਗਾ। ਗੁਰਬਾਣੀ ਦੇ ਪਰਸਪੈਕਟਿਵ ਤੋਂ ਦੇਖੀਏ ਤਾਂ ਬਿਲਕੁਲ ਜਿਹੜਾ ਹੈਗਾ ਸੁੱਖ ਦੁੱਖ ਜਿਹੜੇ ਨੇ, ਬਾਬਾ ਜੀ ਨੇ ਕਿਹਾ ਨਾਨਕ ਬੋਲਣ ਚਖਣਾ, ਦੁੱਖ ਛੱਡ ਮੰਗੀਏ ਸੁੱਖ, ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ। ਇਹ ਸਾਡੇ ਦਰ ਦੇ ਬਸਤਰ ਨੇ। ਅਸੀਂ ਇੱਕ ਸਮੇਂ ਇੱਕੋ ਚੀਜ਼ ਨਹੀਂ ਪਾ ਕੇ ਰੱਖ ਸਕਦੇ, ਜੋ ਪਾ ਕੇ ਰੱਖਾਂਗੇ ਮੈਲੀ ਹੋ ਜਾਏਗੀ, ਬੁਰੀ ਲੱਗੇਗੀ ਸਾਨੂੰ, ਆਪ ਨੂੰ ਪਾਈ ਚੰਗੀ ਨਹੀਂ ਲੱਗਣੀ। ਸੋ ਇਸ ਕਰਕੇ ਇਹ ਤਬਦੀਲੀ ਕੁਦਰਤ ਦਾ ਨਿਯਮ ਹੈ। ਸੀਜ਼ਨ ਆਉਂਦੇ ਬਦਲਦੇ ਸਭ ਚੀਜ਼ਾਂ ਚੱਲਦੀਆਂ, ਬਹੁਤ ਐਕਸਟ੍ਰੀਮ ਠੰਡ ਵੀ ਆਉਂਦੀ, ਬਹੁਤ ਐਕਸਟ੍ਰੀਮ ਗਰਮੀ ਵੀ ਆਉਂਦੀ, ਬਹਾਰ ਵੀ ਆਉਂਦੀ, ਪਤਝੜ ਵੀ ਆਉਂਦੀ, ਦਰਮਿਆਨਾ ਵੈਦਰ ਵੀ ਆਉਂਦਾ। ਸੋ ਇਹ ਸਾਰੀਆਂ ਚੀਜ਼ਾਂ ਇੱਕ ਫਲੋ ਦੇ ਵਿੱਚ ਚੱਲਦੀਆਂ। ਪਰ ਸਮਹਾਓ ਪੋਜ਼ੀਟਿਵਿਟੀ ਅਤੇ ਨੈਗੇਟਿਵਿਟੀ ਹਰ ਵਕਤ ਕਿਹਾ ਜਾਂਦਾ, ਥਿੰਕ ਪੋਜ਼ੀਟਿਵ, ਬੀ ਪੋਜ਼ੀਟਿਵ, ਪੋਜ਼ੀਟਿਵਿਟੀ ਦੇ ਵਿੱਚ ਰਹਿਣਾ। ਇਸ ਸਾਰੇ ਦੇ ਰੂਪ ਵਿੱਚ ਗੁਰਬਾਣੀ ਦੇ ਆਸ਼ੇ ਦੇ ਵਿੱਚ ਰਹਿੰਦਿਆਂ ਹੋਇਆਂ ਕੁਝ ਚੀਜ਼ਾਂ ਉਸ ਪਰਿਪੇਖ 'ਚ ਵੇਖਾਂਗੇ। ਪਰ ਸਾਡੇ ਨਾਲ ਬੜੇ ਐਕਸਪਰਟ ਸਾਈਡ ਤੋਂ ਬਾਤ ਕਰਨ ਵਾਸਤੇ ਸਾਈਕੋਲੋਜੀ ਦੇ ਮਾਹਰ, ਗੁਰਬਾਣੀ ਗੁਰਮਤਿ ਸਕੂਲ ਨੂੰ ਸਮਝਣ ਤੇ ਜੀਣ ਵਾਲੀ ਰੂਹ ਵੀਰ ਜੀ ਰਾਜਵਿੰਦਰ ਸਿੰਘ ਯੂਕੇ ਤੋਂ ਸਾਡੇ ਨਾਲ ਨੇ। ਵੀਰ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਇੱਕ ਆਰਡੀਨਰੀ ਬੰਦੇ ਦੇ ਤੌਰ 'ਤੇ ਜਿਹੜਾ ਇੱਕ ਆਮ ਇਨਸਾਨ ਹੈ ਉਸ ਲੈਵਲ 'ਤੇ ਤੁਹਾਡੇ ਤੋਂ ਜਿਸ ਸਮੇਂ 'ਚੋਂ ਅੱਜ ਅਸੀਂ ਲੰਘ ਰਹੇ ਹੈਗੇ ਹਾਂ, ਪੋਜ਼ੀਟਿਵਿਟੀ ਅਤੇ ਨੈਗੇਟਿਵਿਟੀ, ਮੈਂ ਚਾਹਾਂਗਾ ਸਾਨੂੰ ਪਹਿਲਾਂ ਦੀ ਡੈਫੀਨੇਸ਼ਨ ਤਾਂ ਦਿਓ, ਹੁੰਦੀ ਕੀ ਹੈ ਪੋਜ਼ੀਟਿਵਿਟੀ ਅਤੇ ਨੈਗੇਟਿਵਿਟੀ, ਬਿਕੋਜ਼ ਵੀ ਆਰ ਸੋ ਮਚ ਯੂ ਕੈਨ ਸੇ full with this kind of information and this word is echoing in our ears all the time, be positivity positivity negativity negativity। so ਕਿਰਪਾ ਕਰਕੇ ਸਾਨੂੰ ਇਹਦੀ ਪਰਿਭਾਸ਼ਾ ਤੇ ਦਿਓ, ਪੋਜ਼ੀਟਿਵਿਟੀ ਤੇ ਨੈਗੇਟਿਵਿਟੀ ਹੈ ਕੀ ਹੈ, ਵਨ ਬਾਏ ਵਨ। ਵੀਰ, ਪੋਜ਼ੀਟਿਵਿਟੀ ਤੇ ਨੈਗੇਟਿਵਿਟੀ ਐਕਚੁਅਲੀ ਆ ਮਾਡਰਨ ਕਨਸੈਪਟਸ ਵੀ ਸਾਈਕੋਲੋਜੀ ਦੇ ਵਿੱਚੋਂ ਆ ਰਿਹਾ, ਪਰ ਦਿਸ ਇਜ਼ ਕਾਈਂਡ ਆਫ ਪੌਪ ਸਾਈਕੋਲੋਜੀ ਹੈਗੀ ਇੱਕ ਤਰ੍ਹਾਂ ਦੀ, ਜਿੱਥੇ ਕਿ ਜੇ ਤੁਸੀਂ ਰਿਐਲਿਟੀ ਨੂੰ ਸੋਚਦੇ ਹੋ ਨਾ ਤਾਂ ਤੁਹਾਨੂੰ ਕਿਹਾ ਜਾਂਦਾ ਕਿ ਦੈਟਸ ਨਾਟ ਪੋਜ਼ੀਟਿਵ ਥਿੰਕਿੰਗ। ਪੋਜ਼ੀਟਿਵ ਥਿੰਕਿੰਗ ਮੀਨਸ ਕਿ ਯੂ ਸ਼ੁਡ ਥਿੰਕ ਪੋਜ਼ੀਟਿਵ। ਕੱਲ੍ਹ ਤੁਸੀਂ ਜਿਹੜੀ ਐਗਜ਼ਾਮਪਲ ਦਿੱਤੀ ਸੀ ਨਾ, ਜੇ ਗਲਾਸ ਅੱਧਾ ਭਰਿਆ ਹੈਗਾ, ਯੈਸ ਇਟਸ ਹਾਫ ਐਮਪਟੀ ਹਾਫ ਫੁੱਲ, ਕੋਈ ਰੌਲਾ ਨਹੀਂ ਹੈਗਾ। ਪਰ ਰਿਐਲਿਟੀ ਜਿਹੜੀ ਰਿਐਲਿਟੀ ਹੈਗੀ ਉਹ ਹੈਗਾ ਕਿ ਇਟ ਇਜ਼ ਹਾਫ ਐਮਪਟੀ ਐਂਡ ਹਾਫ ਫੁੱਲ। ਜੇ ਅਸੀਂ ਉੱਥੇ ਇਹੀ ਕਹੀ ਵੀ ਨਹੀਂ, ਤੁਸੀਂ ਇਗਨੋਰ ਕਰ ਦਿਓ ਕਿ ਹਾਫ ਐਮਪਟੀ ਹੈਗਾ, ਬਸ ਇਹੀ ਕਹੀ ਚਲੋ ਕਿ ਹਾਫ ਫੁੱਲ ਹੈਗਾ, ਕੱਲ੍ਹ ਪੀਣਾ ਤਾਂ ਤੁਸੀਂ ਓਨਾ ਹੀ ਆ ਨਾ, ਉਦੋਂ ਬਾਅਦ ਤਾਂ ਪੀ ਨਹੀਂ ਸਕਦੇ। ਸੋ ਜੇ ਪੋਜ਼ੀਟਿਵ ਥੋਟ ਲੈ ਕੇ ਆਉਣੀ ਹੈ, ਉਹ ਇਹ ਹੋਣੀ ਚਾਹੀਦੀ ਹੈ ਕਿ ਹਾਂ ਗਲਾਸ ਹਾਫ ਐਮਪਟੀ ਹੈਗਾ, ਪਰ ਮੈਂ ਅੱਜ ਇਹਦੇ ਨਾਲ ਸੰਕੋਚ ਕਰਨਾ, ਸੰਤੋਖ ਵਿੱਚ ਆ ਜਾਣਾ, ਮੈਂ ਇਹੀ ਬਹੁਤ ਅੱਜ ਮੇਰੇ ਲਈ। ਉਹ ਜਿਹੜੀ ਚੀਜ਼ ਸੀ ਨਾ, ਉਹ ਛੱਡ ਕੇ ਅਸੀਂ ਇਹ ਕਹਿਣਾ ਸ਼ੁਰੂ ਕਰ ਦਿੰਦੇ ਗਲਾਸ ਇਜ਼ ਹਾਫ ਫੁੱਲ, ਗਲਾਸ ਇਜ਼ ਹਾਫ ਫੁੱਲ। ਪਰ ਗੱਲ ਹੈ ਕਿ ਜਦੋਂ ਅਸੀਂ ਹਾਫ ਫੁੱਲ ਕਹਿੰਦੇ ਹਾਂ ਕਿ ਇਹਦਾ ਮਤਲਬ ਹਾਫ ਐਮਪਟੀ ਹੈ, ਤਾਂ ਹੀ ਹਾਫ ਫੁੱਲ ਹੋਇਆ। ਸੋ ਪੋਜ਼ੀਟਿਵਿਟੀ ਅਤੇ ਨੈਗੇਟਿਵਿਟੀ ਲੋਕਾਂ ਨੇ ਇੱਕ ਤਰ੍ਹਾਂ ਦਾ ਕਰ ਲਿਆ ਕਿ ਹਾਂ ਜੇ ਤੁਸੀਂ ਰਿਐਲਿਟੀ ਨਾਲ ਇੰਗੇਜ ਕਰਦੇ ਹੋ then you will have some doubts, you will have some idea ਕਿ actually it's not quite as you want it to be। ਸੋ ਜੋ ਤੁਸੀਂ ਇੱਦਾਂ ਸੋਚਣ ਲੱਗ ਪਏ ਹੋ, ਕਹਿੰਦੇ ਤੁਸੀਂ ਨੈਗੇਟਿਵ ਥਿੰਕਿੰਗ ਚਲੇ ਗਏ, ਜਦ ਕਿ ਨੈਗੇਟਿਵ ਥਿੰਕਿੰਗ ਨਹੀਂ ਹੈਗੀ, ਇਟਸ ਅਡੈਪਟੇਬਿਲਿਟੀ। ਜੇ ਮੈਂ ਗਲਾਸ ਦਾ ਸੋਚਦਾ ਕਿ ਇਟਸ ਹਾਫ ਫੁੱਲ, ਦੈਨ ਆਈ ਨੋ ਕਿ ਅੱਜ ਲਈ ਮੇਰੇ ਕੋਲ ਇੰਨਾ ਕਿ ਪਾਣੀ ਹੈਗਾ, ਮੈਂ ਇੰਨੇ ਪਾਣੀ ਨਾਲ ਅੱਜ ਆਪਣਾ ਦਿਨ ਲੰਘਾਉਣਾ। ਉੱਥੇ ਮੈਂ ਜੋ ਉਹ ਇੱਦਾਂ ਕਰੂੰਗਾ, ਆਈ ਵਿਲ ਬੀ ਮਚ ਮੋਰ ਪ੍ਰੀਪੇਅਰਡ ਟੂ ਲਿਮਿਟ ਹਾਊ ਮਚ ਆਈ ਡਰਿੰਕ ਸੋ ਦੈਟ ਬਾਈ ਦ ਐਂਡ ਆਫ ਦ ਡੇ ਆਈ ਸਟਿਲ ਹੈਵ ਸਮ ਲੈਫਟ। Now that would be positive thinking. At the end of the day, I have something left. I can say actually I did really well. कि मेरे एटीट्यूड ने, मेरे पॉजिटिविटी ने मैनू इन्ना किया कि देखो मैंने बोनस भी मिल गया। पर ਉਹਦੀ ਜਗ੍ਹਾ ਅਸੀਂ ਉਹ ਫੋਕਸ ਕਰ ਲਿਆ ਕਿ ਨਹੀਂ ਪੋਜ਼ੀਟਿਵਿਟੀ। ਦੂਜਾ ਪੋਜ਼ੀਟਿਵਿਟੀ ਦੇ ਵਿੱਚ ਜਿਹੜੀ ਇੱਕ ਹੋਰ ਸਟ੍ਰੈਂਡ ਆ ਰਿਹਾ ਉਹ ਹੈਗਾ ਕਿ ਇੰਡੀਵਿਜੂਅਲ, ਸਮਾਜਿਕ ਤੌਰ 'ਤੇ ਨਹੀਂ ਮੈਂ। ਸੋ ਇਹ ਉੱਥੋਂ ਆ ਰਿਹਾ ਜਿੱਥੇ ਮੈਂ ਠੀਕ ਹਾਂ,
ਤੂੰ ਜਾਣੇ ਤੇ ਮੈਨੂੰ ਕੀ ਪਰਵਾਹ, ਮੈਂ ਠੀਕ ਹਾਂ। ਤੇ ਦੈਟ ਸੈਲਫਿਸ਼ਨੈਸ ਇਜ਼ ਕ੍ਰੀਪਿੰਗ ਇਨਟੂ ਪੋਜ਼ਿਟਿਵਿਟੀ ਕਿ ਹਾਂ ਜੀ ਤੁਸੀਂ ਤਾਂ ਹਮੇਸ਼ਾ ਹੀ ਬਸ ਉਹੀ ਗੱਲਾਂ ਕਰਦੇ ਹੋ, ਨੈਗੇਟਿਵ ਕਰਦੇ ਹੋ। ਜਦ ਕਿ ਰਾਦਰ ਦੈਨ ਇੰਗੇਜਿੰਗ ਕਿ ਐਕਚੁਅਲੀ ਤੁਸੀਂ ਆ ਕਿੱਥੋਂ ਰਹੇ, ਬੰਦੇ ਦੀ ਸਿਚੁਏਸ਼ਨ ਨੂੰ ਤੁਸੀਂ ਦੇਖੋ। ਤੇ ਅਕਸਰ ਆਪਾਂ ਕਹਿੰਦੇ ਹਾਂ ਕਿ ਜੇ ਬੰਦਾ ਡੁੱਬ ਰਿਹਾ ਹੈਗਾ ਤੇ ਤੁਸੀਂ ਉਹਨੂੰ ਕਹੋ ਕਿ ਤੂੰ ਪੋਜ਼ੀਟਿਵ ਥਿੰਕ ਕਰ, ਐਕਚੁਅਲੀ ਉੱਥੇ ਉਸ ਵੇਲੇ ਐਕਸ਼ਨ ਦੀ ਲੋੜ ਹੈਗੀ ਹੈ, ਤੁਹਾਨੂੰ ਐਕਸ਼ਨ ਕਰਨਾ ਪੈਂਦਾ ਕੁਛ, ਤੇ ਉਹਦੇ ਲਈ ਵੀ ਐਕਸ਼ਨ ਦੀ ਲੋੜ ਹੈਗੀ ਹੈ। ਕਿਉਂਕਿ ਜੋ ਪੋਜ਼ੀਟਿਵ ਥਿੰਕ ਕਰਨਾ ਤਾਂ ਉਹੀ ਹੈ ਕਿ ਉਹਨੇ ਬਚ ਜਾਣਾ ਅੱਜ, ਪਰ ਬਚਣਾ ਕਿਵੇਂ ਹੈ? ਜਦੋਂ ਮੈਂ ਰੱਸੀ ਤੈਨੂੰ ਸਿੱਟਾਂ, ਟਿਊਬ ਤੈਨੂੰ ਸਿੱਟਾਂ, ਤੂੰ ਇਹ ਟਿਊਬ ਨੂੰ ਫੜ ਲੈਣਾ, ਇਹ ਛੱਡਣਾ ਨਹੀਂ ਯਾਰ। ਮੈਂ ਪੁੱਲ ਕਰੂੰ, ਤੂੰ ਬਾਹਰ ਆ ਜਾਣਾ, ਆਪਾਂ ਦੋਨੋਂ ਬਚ ਜਾਵਾਂਗੇ। ਉਹ ਜਿਹੜਾ ਸੀਗਾ ਕਿ ਹਾਂ ਜੋੜ ਮੇਲਾ ਹੈਗਾ, ਉਹ ਜਦੋਂ ਅਸੀਂ ਪੋਜ਼ੀਟਿਵਿਟੀ 'ਤੇ ਅੱਜ ਕੱਲ੍ਹ ਦੀ ਪੋਜ਼ੀਟਿਵਿਟੀ ਫੋਕਸ ਕਰਦੇ ਹਾਂ, ਉਹ ਉੱਥੋਂ ਲੈ ਜਾਂਦੀ। ਉਹ ਕਹਿੰਦੀ ਨਹੀਂ ਇਹ ਤੇਰੇ ਲਈ ਹੈਗੀ ਹੈ, ਤੂੰ ਪੋਜ਼ੀਟਿਵ ਰਹਿ, ਬਾਕੀ ਦੁਨੀਆ ਜਿਵੇਂ ਮਰਜ਼ੀ ਹੋਵੇ। ਗੱਲ ਹੈ ਕਿ ਦੁਨੀਆ ਨਾਲ ਇੰਗੇਜ ਕਰਨਾ। ਸੋ ਹਾਊ ਡੂ ਵੀ ਇੰਗੇਜ ਵਿਦ ਦ ਵਰਲਡ। ਅਤੇ ਨੈਗੇਟਿਵਿਟੀ ਜਿਹੜੀ ਹੈਗੀ ਹੈ ਕਿ ਅਸੀਂ ਕਹਿੰਦੇ ਕਿ ਬੰਦਾ ਬੜਾ ਨੈਗੇਟਿਵ ਹੈਗਾ, ਸ਼ਾਇਦ ਉਸ ਲਈ ਉਹੀ ਸਿਚੁਏਸ਼ਨ ਤੋਂ ਜਿੱਥੋਂ ਜਾ ਰਿਹਾ ਉਹ ਚਾਹੁੰਦਾ ਕਿ ਕੋਈ ਉਹਦੀ ਗੱਲ ਸੁਣ ਲਵੇ। ਇਸ ਸੁਣ ਕੇ ਉਹ ਨੈਗੇਟਿਵ ਹੋ ਰਿਹਾ, ਉਹ ਕਹਿੰਦਾ ਕਿ ਮੇਰੀ ਕੋਈ ਗੱਲ ਸੁਣ ਲਓ, ਦੇਖੋ ਮੈਂ ਇੱਦਾਂ ਤੜਪ ਰਿਹਾ। ਉਹਨੂੰ ਕਹੋ ਕਿ ਹਾਂ ਨਹੀਂ ਤੂੰ ਪੋਜ਼ੀਟਿਵ ਥਿੰਕ ਕਰ, ਪਰ ਪਹਿਲਾਂ ਅਕਨੋਲੇਜ ਕਰੋ। ਤੁਸੀਂ ਕਾਉਂਸਲਿੰਗ ਕਰਦੇ ਹੋ, ਤੁਸੀਂ ਦੇਖਿਆ ਹੋਣਾ ਕਿ ਲੋਕ ਮੁਸੀਬਤ ਲੈ ਕੇ ਆਉਂਦੇ। ਜੇ ਤੁਸੀਂ ਉਹਨੂੰ ਕਹੋ ਕਿ ਨਹੀਂ ਦੇਖੋ ਆਹ ਮੁਸੀਬਤਾਂ ਦੀ ਕੋਈ ਗੱਲ ਨਹੀਂ ਹੈਗੀ, ਮੈਂ ਤੁਹਾਨੂੰ ਦੱਸਦਾ, ਤੁਸੀਂ ਇੱਥੋਂ ਜਾਓ, ਟੱਪਦੇ ਜਾਓ, ਖੁਸ਼ ਹੋ ਕੇ ਜਾਓ, ਤਾਂ ਉਹ ਕਹਿੰਦੇ ਪਰ ਮੈਂ ਤਾਂ ਤੁਹਾਨੂੰ ਦੱਸਣਾ ਹੈ ਸੀ ਕੁਛ। ਸੋ ਉਹ ਜਿਹੜਾ ਹੈਗਾ ਕਿ ਤੁਸੀਂ ਸੁਣਨਾ ਹੈਗਾ ਕਿਸੇ ਦੀ ਗੱਲ, ਉਹ ਜਦੋਂ ਅਸੀਂ ਪੋਜ਼ੀਟਿਵਿਟੀ ਅਤੇ ਨੈਗੇਟਿਵਿਟੀ ਵਿੱਚ ਆ ਜਾਂਦੇ ਹਾਂ, ਜਦੋਂ ਅਸੀਂ ਇਹਨਾਂ ਵਰਡਸ ਨੂੰ ਬੈਂਡੀਡ ਕਰਨ ਲੱਗ ਪੈਂਦੇ ਹਾਂ, ਵੀ ਫੋਰਗੈਟ ਕਿ ਵੀ ਨੀਡ ਟੂ ਲਿਸਨ। ਚੁੱਪ ਹੋਣਾ ਬਹੁਤ ਜ਼ਰੂਰੀ ਹੈ। ਜੋ ਮੈਂ ਤੁਹਾਡੇ ਤੋਂ ਮੈਸੇਜ ਪਰਸੀਵ ਕਰ ਰਿਹਾ ਉਹਦੇ 'ਚ ਕਿ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਵਾਸਤਵਿਕਤਾ, ਰਿਐਲਿਟੀ, ਅਸਲੀਅਤ ਨੂੰ ਤੁਸੀਂ ਕਿਹਾ ਅਪਣਾਉਣਾ, ਅਡਾਪਟੇਸ਼ਨ। ਜੇ ਆਪਾਂ ਸਹੀ ਰੂਪ ਵਿੱਚ ਸੈਂਸ ਕਰਦੇ ਹਾਂ ਪੋਜ਼ਿਟਿਵਿਟੀ ਦੀ, ਤਾਂ ਪੋਜ਼ਿਟਿਵਿਟੀ ਦਾ ਪਹਿਲਾ ਸਟੈਪ ਇਹ ਹੈਗਾ ਵੀ ਇਫ ਯੂ ਆਰ ਪੋਜ਼ਿਟਿਵ ਔਰ ਇਫ ਆਈ ਐਮ ਥਿੰਕਿੰਗ ਆਈ ਐਮ ਅ ਪੋਜ਼ਿਟਿਵ ਪਰਸਨ, ਦੈਨ ਵਟ ਐਵਰ ਰਿਐਲਿਟੀ ਇਜ਼ ਕਮਿੰਗ ਇਨ ਫਰੰਟ ਆਫ ਮੀ, ਆਈ ਐਮ ਅਡਾਪਟਿੰਗ ਇਟ, ਐਕਸੈਪਟਿੰਗ ਇਟ। ਉਸ ਨੂੰ ਪਹਿਲੇ ਲੈਵਲ 'ਤੇ ਮੈਂ ਉਹਨੂੰ ਅਡਾਪਟ ਕੀਤਾ, ਐਕਸੈਪਟ ਕੀਤਾ। ਇਹ ਇੱਕ ਪੋਜ਼ਿਟਿਵ ਮੇਰਾ ਐਟੀਟਿਊਡ ਹੈਗਾ ਆ, ਪੋਜ਼ਿਟਿਵਿਟੀ ਹੈਗੀ ਟੂਵਰਡ ਦੈਟ ਇਸ਼ੂ, ਰਾਦਰ ਦੈਨ ਇਹ ਸੋਚਣ ਵਾਸਤੇ ਕਿ ਇਹ ਪ੍ਰੋਬਲਮ ਇੱਥੇ ਨਹੀਂ ਐਗਜ਼ਿਸਟ ਕਰਦੀ। I'm thinking very positive, this problem is gonna be vanish, this problem is gonna be actually go away itself just by thinking. Am I right? ਇਹ ਦੋ ਚੀਜ਼ਾਂ। ਤੇ ਇਹ ਜਦੋਂ ਮੈਂ ਟ੍ਰੈਡੀਸ਼ਨਲ ਵੇ ਨਾਲ ਦੇਖਦਾ, ਬਾਣੀ ਦੇ ਪਰਸਪੈਕਟਿਵ ਵਿੱਚ ਵੀ ਦੇਖਦਾ ਸੀ, ਗਾਹੇ ਬਗਾਹੇ ਬਾਣੀ ਸੁਣਨ ਵਾਲੇ ਜਾਂ ਪ੍ਰੋਗਰਾਮ ਸੁਣਨ ਵਾਲੇ ਸੱਜਣ ਮਿੱਤਰ ਜਾਂ ਸਾਡੇ ਜਿਹੜੇ ਦਰਸ਼ਕ ਨੇ, ਸੰਗਤ ਨੂੰ ਚੰਗੀ ਤਰ੍ਹਾਂ ਜਾਣਦੇ ਕਿ ਜਦੋਂ ਗੁਰੂ ਬਾਬਾ ਜੀ ਉਸ ਬਚਨ 'ਚ ਗੱਲ ਕਰਦੇ, ਜਦੋਂ ਬਾਬਰ ਚੜ੍ਹ ਕੇ ਆ ਰਿਹਾ, ਮਤਲਬ ਇਹ ਬਾਬਾ ਜੀ ਸੁਨੇਹਾ ਦੇ ਰਹੇ ਨੇ ਕਿ ਤੁਸੀਂ ਜਿਹੜਾ ਹੈਗਾ ਇਹ ਚੇਤੇ ਰੱਖਿਆ ਜੇ, ਜਿਨ ਸਿਰ ਸੋਹਣ ਪੱਟੀਆਂ ਮੰਗੀ ਪਾਏ ਸੰਧੂਰ ਸੇ ਸਿਰ ਕਾਤੀ ਮੁਨੀਨ ਗਲ ਵਿੱਚ ਆਵੇ ਤੂਰ। ਇਹਦੀ ਵਾਰਨਿੰਗ ਦਿੱਤੀ ਜਾ ਰਹੀ ਹੈ ਕਿ ਸਿਰਫ ਫੈਸ਼ਨ ਪ੍ਰਸਤਗੀ ਤੇ ਸਾਰਾ ਕੁਝ ਨਹੀਂ ਹੋਣਾ, ਐਕਚੁਅਲ ਲੈਵਲ ਤੇ ਇੱਕ ਬਲਾ ਚੜ੍ਹ ਕੇ ਆ ਰਹੀ ਹੈ ਜਿਹੜੀ ਤੁਹਾਨੂੰ ਇਹ ਸਾਰੇ ਰੂਪ ਵਿੱਚ ਕਰੇਗੀ। ਪਰ ਉੱਥੇ ਹੋਇਆ ਕਿ ਥਿੰਕ ਪੋਜ਼ਿਟਿਵ, ਵੀ ਇਕੱਲਾ ਇਹ ਨਹੀਂਗਾ, ਵੀ ਕੈਨ ਗੈਟ ਸਮ ਹੈਲਪ ਫਰੋਮ ਐਕਚੁਅਲੀ ਉਸ ਲੈਵਲ ਤੇ। ਹੈਲਪ ਕੀ ਕੀਤੀ? ਇੱਕ ਜਿਹਨੂੰ ਕਹਿ ਲਓ ਕਿ ਸੁਪਰਨੈਚੁਰਲ ਵੇ ਦੇ ਨਾਲ ਕੋਈ ਹੈਲਪ ਆ ਜਾਏਗੀ ਸਾਡੀ, ਤੇ ਸੁਪਰਸਟੀਸ਼ੀਅਸ ਥਾਟ ਦੀ ਐਕਸਰਸਾਈਜ਼ ਸ਼ੁਰੂ ਹੋ ਗਈ। ਇਹ ਮਾਡਰਨ ਮੇਰੇ ਖਿਆਲ ਸੁਪਰਸਟੀਸ਼ੀਅਸ ਥਾਟ ਹੈ। ਜਿਵੇਂ ਉਹ ਕਹਿੰਦੇ ਸੀ ਵੀ ਕੋਟੀ ਨੂੰ ਪੀਰ ਵਰਜ ਰਹਾਇਆ ਜਾਂ ਮੀਰ ਸੁਣਿਆ ਧਾਇਆ। ਜਦੋਂ ਪਤਾ ਲੱਗਾ ਵੀ ਬਾਬਰ ਚੜ੍ਹ ਕੇ ਆ ਰਿਹਾ ਤੋਪਾਂ ਤੇ ਬੰਦੂਕਾਂ ਦੇ ਨਾਲ, ਤੇ ਆਪਾਂ ਬਹੁਤ ਸਾਰੇ ਉੱਥੇ ਪੀਰ ਫਕੀਰ ਬਿਠਾ ਲਏ। ਥਿੰਕ ਪੋਜ਼ਿਟਿਵ। ਸੋ ਪੋਜ਼ਿਟਿਵਿਟੀ ਦਾ ਕੋਈ ਅਸਰ ਹੋਇਆ ਨਹੀਂ, ਅਲਟੀਮੇਟਲੀ ਹੋਇਆ ਇਹ ਕੋਈ ਮੁਗਲ ਨਾ ਹੋਵਾ ਅੰਧਾ ਕਿਹਨੂੰ ਨਾ ਪਰਚਾ ਲਾਇਆ, ਕੋਈ ਅੰਨਾ ਨਹੀਂ ਹੋਇਆ। ਉਹ ਗਾਜਰਾਂ ਮੂਲੀਆਂ ਵਾਂਗੂ ਸਾਰੇ ਵੱਢ ਦਿੱਤੇ। ਇਹਦੇ ਰਾਦਰ ਦੈਨ ਇਸ ਚੀਜ਼ ਦੇ ਜੇ ਕਿਤੇ ਦੂਸਰੀ ਚੀਜ਼ ਬਾਬਾ ਜੀ ਦੀ ਜੇ ਕਹੀ ਹੋਈ ਅਡਾਪਟ ਕੀਤੀ ਜਾਂਦੀ, ਵਾਸਤਵਿਕਤਾ ਰਿਐਲਿਟੀ ਨੂੰ, ਕਿ ਮੁਸ਼ਕਿਲ ਆ ਰਹੀ ਹੈ, ਸਾਡੇ ਕੋਲ ਐਨਫ ਰਿਸੋਰਸਿਸ ਨਹੀਂ ਹੈਗੇ, ਪਰ ਜੋ ਹੈਗਾ ਆ ਉਹਦੇ ਅਕੋਰਡਿੰਗਲੀ ਅਸੀਂ ਇਸ ਨੂੰ ਫੇਸ ਕਰਾਂਗੇ, ਉਹਦੇ ਅਕੋਰਡਿੰਗਲੀ ਅਸੀਂ ਇਸ ਨੂੰ ਉਸ ਚੈਲੰਜ ਕਰਾਂਗੇ ਉਸ ਤਰੀਕੇ ਦੇ ਵਿੱਚ। ਇੱਕ ਚੀਜ਼ ਹੋ ਗਈ। ਜਿਹੜੀ ਨੈਗੇਟਿਵਿਟੀ ਹੈਗੀ ਹੈ, ਵੀ ਸਪੋਜ਼ ਕਰੋ ਮੈਂ ਤੁਹਾਨੂੰ ਕੋਈ ਅਸਲੀਅਤ ਦੱਸਦਾ ਹੈ, ਬਾਬਾ ਜੀ ਨੇ ਅਸਲੀਅਤ ਦੱਸੀ, ਉਹ ਕਹਿੰਦੇ ਨਹੀਂ ਬਾਬਾ ਜੀ ਤੁਸੀਂ ਬਹੁਤ ਨੈਗੇਟਿਵਿਟੀ ਫੈਲਾ ਰਹੇ ਹੋ, ਤੁਸੀਂ ਬੜੀ ਨੈਗੇਟਿਵਿਟੀ ਫੈਲਾ ਰਹੇ ਹੋ, ਤੁਸੀਂ ਸਾਨੂੰ ਡਰਾ ਰਹੇ ਹੋ, ਤੁਸੀਂ ਸਾਨੂੰ ਨੈਗੇਟਿਵ ਚੀਜ਼ਾਂ ਕਰ ਰਹੇ ਹੋ। ਇਹ ਚੀਜ਼ਾਂ ਜਦੋਂ ਤੁਸੀਂ ਸੁਣਨ ਨੂੰ ਮਿਲਦੀਆਂ, ਤੁਸੀਂ ਇਸ ਨੂੰ ਕਿਵੇਂ ਲਓਗੇ? ਇੱਕ ਐਕਚੁਅਲੀ ਤੁਸੀਂ ਜੋ ਗੱਲ ਕਰ ਰਹੇ ਸੀ ਨਾ ਵੀ ਅਡੈਪਟੇਬਿਲਿਟੀ,
ਜਿਹੜੀ ਬਾਬਾ ਜੀ ਨੇ ਤੁਸੀਂ ਐਗਜ਼ਾਮਪਲ ਵੀ ਦਿੱਤੀ, ਮਿਸਾਲ ਵੀ ਦਿੱਤੀ, ਉੱਥੇ ਐਕਸੈਪਟੈਂਸ ਵੀ ਹੈਗੀ ਹੈ। ਕਿਉਂਕਿ ਅਸੀਂ ਆਮ ਤੌਰ 'ਤੇ ਕਹਿੰਦੇ ਹਾਂ ਕਿ ਐਕਸੈਪਟੈਂਸ ਕਰ ਲਓ। ਗੱਲ ਹੈ ਕਿ ਜਦੋਂ ਐਕਸੈਪਟੈਂਸ ਕਰਦੇ ਹੋ ਨਾ ਤੁਸੀਂ, ਤਾਂ ਤੁਸੀਂ ਐਕਨੋਲਜ ਕਰਦੇ ਹੋ ਕਿ ਰਿਐਲਿਟੀ ਇਹ ਹੈਗੀ ਹੈ, ਹੁਣ ਐਕਸ਼ਨ ਕੀ ਲੈਣਾ, ਪਲਾਨ ਕੀ ਹੈ। ਕਿਉਂਕਿ ਐਕਸੈਪਟੈਂਸ ਡਜ਼ਨਟ ਮੀਨ ਕਿ ਹਾਂ ਬਸ ਠੀਕ ਹੈ ਸਾਡਾ ਇਹੀ ਕਰਮ ਨੇ ਤੇ ਮੇਰੀ ਕਿਸਮਤ ਮਾੜੀ ਹੈ, ਪੈਸਿਵ ਹੋ ਜਾਣਾ। ਹਾਂ, ਦੈਟਸ ਨਾਟ ਐਕਸੈਪਟੈਂਸ, ਦੈਟ ਇਜ਼ ਜਸਟ ਗਿਵਿੰਗ ਅਪ। ਤੇ ਆਮ ਤੌਰ ਤੇ ਬੱਚੇ ਸਪੈਸ਼ਲੀ, ਪਰ ਮਾਂ-ਬਾਪ ਵੀ, ਸਾਨੂੰ ਉੱਥੇ ਆਉਣਾ ਪੈਂਦਾ ਕਿ ਹਾਂ ਐਕਸੈਪਟੈਂਸ ਹੈਗੀ ਹੈ, ਸਿਚੁਏਸ਼ਨ ਇੱਦਾਂ ਹੈਗੀ ਹੈ, ਬਟ what do we do to change it? How do we adapt to this new situation? ਕਿਉਂਕਿ ਹੁਣ ਰਿਐਲਿਟੀ ਨੂੰ ਅਸੀਂ ਇੰਗੇਜ ਕਰਨਾ ਚਾਹੁੰਦੇ ਹਾਂ। ਜਿਹੜਾ ਭੱਜਣਾ ਹੈਗਾ ਨਾ ਉਤੋਂ, flight is not doing anything but actually increasing the likelihood of hurt. ਤੇ ਜਿਵੇਂ ਉਹਨਾਂ ਨੇ ਤੁਸੀਂ ਕਿਹਾ ਕਿ ਉੱਥੇ ਉਹ ਬੈਠੇ ਨੇ ਮੰਤਰ ਪੜ੍ਹਨ ਲੱਗ ਪਏ, ਉਹ ਫਲਾਈਟ ਲੈ ਰਹੇ ਨੇ। ਸੋ ਫਲਾਈਟ ਵੀ ਫਿਜ਼ੀਕਲੀ ਨਹੀਂ ਭੱਜ ਰਹੇ, ਪਰ ਮੈਂਟਲੀ ਦੇਵ ਟੇਕਨ ਫਲਾਈਟ ਕਿ ਅਸੀਂ ਜੇ ਅੱਖਾਂ ਬੰਦ ਕਰਕੇ ਮੰਤਰ ਪੜ੍ਹੀ ਜਾਈਏ। ਐਂਡ ਸਮਟਾਈਮਜ਼ ਇਨ ਪੋਜ਼ਿਟਿਵਿਟੀ ਐਂਡ ਨੈਗੇਟਿਵਿਟੀ ਪੀਪਲ ਸਟਾਰਟ ਡੂਇੰਗ ਥੀਸ ਮੰਤਰਸ। ਕਿ ਉਹ ਜੋ ਤੁਸੀਂ ਸੁਪੋਜੀਸ਼ਨ ਦੀ ਗੱਲ ਕੀਤੀ ਹੈ ਨਾ, ਕਿ ਉਹ ਸੁਪੋਜੀਸ਼ਨ ਜੋ ਹੋ ਜਾਂਦੇ ਕਿ ਹਾਂ ਜੀ, ਜੇ ਮੈਂ ਆਪਣੇ ਆਪ ਨੂੰ ਕਹਾਂ ਕਿ ਹਾਂ ਆਈਮ ਗੱਲ ਹੈ ਕਿ ਉਹ ਰਿਪੀਟ ਕਰਨ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਜੇ ਅੰਦਰ ਨਹੀਂ ਉਹ ਵਿਸ਼ਵਾਸ ਆ ਰਿਹਾ ਕਿ ਮੈਂ ਠੀਕ ਹਾਂ। ਰਿਪੀਟ ਕਰਨ ਦਾ ਫਾਇਦਾ ਤਾਂ ਹੈਗਾ ਜੇ ਉੱਥੋਂ ਚੇਂਜ ਆਵੇ ਕੁਛ। ਹੁਣ ਥੈਰੇਪੀ ਦੇ ਵਿੱਚ ਤੁਸੀਂ ਕਰਦੇ ਹੋ, ਤੁਸੀਂ ਦੇਖਿਆ ਹੋਊਗਾ CBT ਵਗੈਰਾ 'ਚ ਹੈਗਾ ਕਿ if I start thinking differently then I have to act differently. ਸੋ ਮੈਨੂੰ ਚੇਂਜ ਲਿਆਉਣੀ ਪੈਂਦੀ ਹੈ ਕਿਤੇ ਨਾ ਕਿਤੇ। ਤੇ ਚੇਂਜ ਤਾਂ ਆਊਗੀ ਜੇ ਮੈਨੂੰ ਪਤਾ ਕਿ ਜੋ ਮੈਂ ਲਫ਼ਜ਼ ਯੂਜ਼ ਕਰ ਰਿਹਾ ਦੇ ਹੈਵ ਅ ਪਰਪਸ। ਜੇ ਉਹਨਾਂ ਦਾ ਪਰਪਸ ਕੋਈ ਨਹੀਂ ਹੈਗਾ, ਫਿਰ ਉਹ ਬਸ ਮੰਤਰ ਰਿਪੀਟ ਹੋ ਰਿਹਾ, ਪਰ ਉਹ ਇੰਟਰਨਲੀ ਕੁਛ ਨਹੀਂ ਬਦਲਦਾ। ਸਿਰਫ ਉਹੀ ਹੈ ਕਿ ਥੋੜ੍ਹੀ ਦੇਰ ਲਈ ਤਾਂ ਸਾਨੂੰ ਉਹ ਹੋ ਜਾਂਦਾ ਕਿ ਹਾਂ ਦੇਖੋ ਜੀ, ਮੈਂ ਪਾਠ ਪੂਜਾ ਕਰ ਲਈ, ਮੈਂ ਪਾਠ ਕਰ ਲਿਆ, ਪਰ ਅੰਦਰ ਕੁਛ ਨਾ ਬਦਲਿਆ। ਸੋ ਜੇ ਪੋਜ਼ੀਟਿਵ ਨੂੰ ਤੁਸੀਂ ਰੀਅਲੀ ਇੰਗੇਜ ਕਰਨਾ ਹੈਗਾ, ਦੈਨ ਯੂ ਹੈਵ ਟੂ ਫਸਟ ਟੇਕ ਅਕਾਊਂਟ ਆਫ ਦਾ ਰਿਐਲਿਟੀ ਜਿਹੜੀ ਤੁਹਾਡੇ ਕੋਲ ਹੈਗੀ ਹੈ। ਐਂਡ ਵੰਸ ਯੂ ਸੀਨ ਦਾ ਰਿਐਲਿਟੀ, ਯੂ ਆਸਕ ਯੋਰਸੈਲਫ ਕਿ ਹਾਂ ਹਾਊ ਡੂ ਆਈ ਅਡੈਪਟ, ਹਾਊ ਡੂ ਆਈ ਐਕਸੈਪਟ ਐਂਡ what parts do I want to accept? ਕਿਉਂਕਿ ਹੋ ਸਕਦਾ ਕਿ ਆਹ ਪਾਰਟ ਮੈਂ ਐਕਸੈਪਟ ਕਰ ਲਾਂ, ਪਰ ਐਕਚੁਅਲੀ ਦੈਟਸ ਨਾਟ ਐਨ ਐਕਸੈਪਟੇਬਲ ਪੋਜੀਸ਼ਨ। ਉੱਥੇ ਮੈਂ ਨਹੀਂ ਜਾ ਸਕਦਾ। ਸੋ ਜਿਹੜੀ ਐਕਸੈਪਟੈਂਸੀ ਹੈਗੀ ਹੈ, ਇੱਥੇ ਐਕਸੈਪਟ ਕਰ ਲਓ, ਪਰ ਗੱਲ ਹੈ ਕਿ ਇਟਸ ਅ ਮੂਵਮੈਂਟ, ਇਟਸ ਨਾਟ ਅ ਸਟੈਟਿਕ ਪੋਜੀਸ਼ਨ। ਜਿਹੜੀ ਕਿ ਆਮ ਤੌਰ 'ਤੇ ਲੋਕ ਸੋਚਦੇ ਆ ਕਿ ਇਟਸ ਸਟੈਟਿਕ, ਕਿ ਹਾਂ ਤੁਸੀਂ ਜੋ ਆਪਾਂ ਸਹਿਜ ਦੀ ਵੀ ਗੱਲ ਕਰਦੇ ਹਾਂ, ਕਈ ਵਾਰੀ ਲੋਕ ਸਮਝਦੇ ਆ ਕਿ ਸਹਿਜ ਦਾ ਮਤਲਬ ਤੁਸੀਂ ਸਮਾਧੀ ਲਾ ਕੇ ਬੈਠ ਜਾਓ, ਪਰ ਦੈਟਸ ਨਾਟ ਸਹਿਜ। ਦੈਟਸ in a sense taking flight psychologically. You're taking flight going away. ਹਾਂਜੀ। ਤੁਸੀਂ ਨਾ, ਮੈਂ ਤੁਹਾਨੂੰ ਇਦਾਂ ਨਹੀਂ ਗੱਲ ਕਰਾਂਗਾ, ਤੁਸੀਂ ਬੜੀਆਂ ਨੈਗੇਟਿਵ ਗੱਲਾਂ ਕਰਦੇ ਹੋ। ਤੁਸੀਂ ਮੈਨੂੰ ਇਹ ਕਹਿ ਰਹੇ ਹੋ ਵੀ ਤੂੰ ਐਕਸ਼ਨ ਲਿਆ ਕਰ, ਤੂੰ ਕੰਮ ਕਰਿਆ ਕਰ। ਇਹ ਬੜੇ ਨੈਗੇਟਿਵ ਗੱਲਾਂ ਨੇ। ਤੁਸੀਂ ਮੈਨੂੰ ਇਹ ਦੱਸੋ ਕਿ ਤੈਨੂੰ ਕਰਨ ਦੀ ਕੁਛ ਨਹੀਂ ਲੋੜ ਹੈਗੀ। ਥਿੰਕ ਪੋਜ਼ਿਟਿਵ। that positivity I am looking from you, ਪਰ ਤੁਸੀਂ ਮੈਨੂੰ ਨੈਗੇਟਿਵ ਦੱਸੀ ਜਾ ਰਹੇ ਹੋ। ਦੱਸੋ ਮੈਂ ਕੀ ਕਰਾਂ ਹੁਣ ਇਹਦੇ 'ਚ? ਇਹ ਬੜੀ ਵੱਡੀ ਸਮੱਸਿਆ ਜੀ, ਕਿਉਂਕਿ ਗੱਲ ਹੈ ਕਿ ਉਹ ਜਿਹੜਾ ਕਹਿਣਾ ਨਾ ਕਿਸੇ ਨੂੰ ਕਿ ਉਦਮ ਕਰਨ ਦਿਆ ਜੀਵਨ, ਜੀ ਤੂੰ ਜੀ, ਉਹ ਹੈਗਾ ਕਿ ਸਾਨੂੰ ਹੁੰਦਾ ਕਿ ਦੱਸ ਫਿਰ ਮੈਂ ਹੀ ਇਕੱਲਾ ਰਹਿ ਗਿਆ, ਮੈਨੂੰ ਹੀ ਕਰਨਾ ਪੈਣਾ। ਗੱਲ ਹੈ ਕਿ ਬਾਬਾ ਦੇਖਦਾ ਤੁਹਾਡੇ ਵੱਲ, ਕਹਿੰਦਾ ਕਿ ਹੋਰ ਬੱਚਾ ਕੋਈ ਤੇਰੇ ਨਾਲ ਹੀ ਗੱਲ ਕਰ ਰਿਹਾ ਮੈਂ, ਤੂੰ ਹੀ ਕਰਨਾ। ਸੋ ਹੈਗਾ ਕਿ ਉਹ ਜਿਹੜੀ ਪੋਜ਼ੀਟਿਵ ਥਿੰਕਿੰਗ ਤਾਂ ਇਹ ਹੋ ਕਿ ਹਾਂ ਦੇਖੋ ਮੈਨੂੰ ਅੱਜ ਮੌਕਾ ਮਿਲਿਆ, ਮੈਂ ਆਹ ਕਰ ਸਕਦਾ, ਮੈਂ ਚੇਂਜ ਲਿਆ ਸਕਦਾ। ਪਰ ਉਹ ਚੇਂਜ ਲਿਆਉਣ ਲਈ ਫਿਰ ਤੁਹਾਨੂੰ ਆਪਣਾ ਨੈਟਵਰਕ ਦੇਖਣਾ ਪੈਂਦਾ, ਸਮਾਜ ਦੇਖਣਾ ਪੈਂਦਾ, ਆਲਾ ਦੁਆਲਾ ਦੇਖਣਾ ਪੈਂਦਾ। ਕਿਉਂਕਿ ਜੇ ਤੁਸੀਂ ਇਕੱਲੇ ਹੀ ਚੇਂਜ ਕਰ ਰਹੇ ਹੋ, ਫਿਰ ਬਾਕੀ ਦੁਨੀਆ ਨੂੰ ਪਤਾ ਨਹੀਂ ਹੈਗਾ। ਹਰ ਦੁਨੀਆ ਉਵੇਂ ਦੀ ਉਵੇਂ ਚੱਲ ਰਹੀ ਹੈ। ਸੋ ਜੋ ਚੇਂਜ ਵੀ ਲੈ ਕੇ ਆਉਣੀ ਹੈ ਤਾਂ ਤੁਹਾਨੂੰ ਦੁਨੀਆ ਨੂੰ ਇੰਗੇਜ ਕਰਨਾ ਪੈਂਦਾ। ਜਿਹੜਾ ਕਿ ਪੋਜ਼ਿਟਿਵਿਟੀ ਵਗੈਰਾ, ਨੈਗੇਟਿਵਿਟੀ ਵਗੈਰਾ, ਇਹ ਜਦੋਂ ਕਨਸੈਪਟ ਤੁਸੀਂ ਯੂਜ਼ ਕਰਦੇ ਹੋ ਤਾਂ ਇਹ ਤੁਹਾਨੂੰ ਐਕਚੁਅਲੀ ਦੁਨੀਆ ਤੋਂ ਤੋੜ ਦਿੰਦੇ ਨੇ। ਕਿਉਂਕਿ ਤੁਸੀਂ ਆਪਣੇ ਦੇ ਬਬਲ ਦੇ ਵਿੱਚ ਬੈਠ ਜਾਂਦੇ ਹੋ ਅਤੇ ਤੁਸੀਂ ਆਪਣਾ ਤਾਂ ਸਵਾਰ ਲਿਆ, ਫਿਰ ਉਹ ਸੌਰੀ ਮੈਂ ਸਿੱਧਾਂ ਦੀ ਗੱਲ ਆਮ ਤੌਰ 'ਤੇ ਕਰਦਾ ਕਿ ਸਿੱਧਾਂ ਦੇ ਅਤੇ ਗੁਰੂ ਨਾਨਕ ਦੇ ਡਿਸਕਸ਼ਨ ਦੇ ਵਿੱਚ ਇੱਕ ਬਹੁਤ ਬੜਾ ਖਜ਼ਾਨਾ ਸੀਗਾ। ਅਤੇ ਉਹ ਉੱਥੇ ਪਹੁੰਚੇ, ਕਿਵੇਂ ਉੱਥੇ ਪਹੁੰਚੇ? ਕਿਉਂਕਿ ਉਹ ਵੀ ਇਹੀ ਕੁਛ ਕਰ ਰਹੇ ਸੀਗੇ, ਉਹ ਪੋਜ਼ੀਟਿਵਿਟੀ ਕਰ ਰਹੇ ਸੀਗੇ। ਉਹ ਕਹਿੰਦੇ ਦੁਨੀਆ ਨਾਲ ਅਸੀਂ ਇੰਗੇਜ ਨਹੀਂ ਕਰਨਾ ਹੈਗਾ, ਅਸੀਂ ਆਪ ਪੋਜ਼ੀਟਿਵ ਰਹਿਣਾ। ਦੇਖੋ ਅਸੀਂ ਰੱਬ ਪਾ ਲਿਆ, ਪਰ ਗੱਲ ਹੈ ਕਿ ਆਖਰ ਦੁਨੀਆ ਵਿੱਚ ਆਉਣਾ ਤਾਂ ਪੈਣਾ ਨਾ। ਤੁਸੀਂ ਦੁਨੀਆ ਛੱਡ ਨਹੀਂ ਸਕਦੇ ਹੈਗੇ, ਕਿਉਂਕਿ ਤਨ ਤੁਹਾਡਾ ਦੁਨੀਆ ਨੇ ਦਿੱਤਾ ਹੈਗਾ, ਮਨ ਤੁਹਾਡਾ ਦੁਨੀਆ ਨੇ ਦਿੱਤਾ।
ਸੋ ਦੁਨੀਆ ਨੂੰ ਇੰਗੇਜ ਕਰਨਾ ਹੈਗਾ, ਜੇ ਪੋਜ਼ਿਟਿਵ ਥਿੰਕਿੰਗ ਕਰਨੀ ਹੈ ਹਾਂ ਕਰੋ, ਪਰ ਉਹਦੇ 'ਚ ਇਹ ਕਨਸੈਪਟ ਲੈ ਕੇ ਆਓ ਕਿ ਇੱਥੇ ਕੁਛ ਐਕਸ਼ਨ ਹੋਣਾ ਚਾਹੀਦਾ, ਕੁਛ ਚੇਂਜ ਹੋਣੀ ਚਾਹੀਦੀ ਹੈ, ਅਡੈਪਟੇਬਿਲਿਟੀ, ਅਸੈਪਟੈਂਸ ਵਗੈਰਾ, ਇਹ ਪਰ ਦੁਨੀਆ ਦੇ ਨਾਲ ਸਾਂਝ ਪਾ ਕੇ, ਕਿਉਂਕਿ ਇਕੱਲੇ ਕਰਨਾ ਬੜਾ ਮੁਸ਼ਕਿਲ ਆ। ਜਿਹੜੇ ਇਹ ਇਸ ਤਰੀਕੇ ਦੀ ਪੋਜ਼ਿਟਿਵਿਟੀ ਦੀ ਗੱਲ ਹੈ ਕਿ ਇਹ ਬਾਣੀ ਜੋ ਤੁਸੀਂ ਕਹਿ ਰਹੇ ਹੋ, ਆਈ ਵਾਜ਼ ਗੋਇੰਗ ਥਰੂ ਦ ਗੁਰਬਾਣੀ ਦੇ ਮੈਸੇजेस ਆਫ ਗੁਰੂ ਸਾਹਿਬ ਦੀ ਬਾਬਾ ਦੀ ਬਾਤ ਕਰਦੇ, ਜਿਵੇਂ ਆਪਾਂ ਹਰ ਰੋਜ਼ ਰਹਿਰਾਸ ਸਾਹਿਬ ਦੇ ਬਾਣੀ 'ਚ ਕਰਦੇ, ਕਾਹੇ ਰੇ ਮਨ ਚਿੱਤ ਮੈਂ ਉਦਮ ਜਾਂ ਆਹਰ ਹਰ ਜੀਓ ਭਰਿਆ। ਵੀ ਜੋ ਸਪੋਜ਼ ਕਰੋ ਵੀ ਮੈਂ ਨੈਗੇਟਿਵ ਕਹੀ ਜਾਂਦਾ, ਵੀ ਬੜਾ ਨੈਗੇਟਿਵ ਇਸ ਰੂਪ ਵਿੱਚ ਕਹੀ ਜਾਂਦਾ ਵੀ ਕੁਛ ਵੀ ਠੀਕ ਨਹੀਂ ਹੋ ਰਿਹਾ ਕਿਸੇ ਤਰੀਕੇ ਦੇ ਨਾਲ ਨਹੀਂ, ਹੈ ਨਾ, ਬੜੀ ਨੈਗੇਟਿਵਿਟੀ ਹੈ, ਫਲਾਣੇ ਨੇ ਨੈਗੇਟਿਵਿਟੀ ਦਿੱਤੀ, ਮੈਂ ਵੀ ਨੈਗੇਟਿਵ ਸੋਚਦਾ ਸਾਰਾ ਕੁਝ। ਪਰ ਬਾਬਾ ਜੀ ਕਹਿੰਦੇ ਵੀ ਨੈਗੇਟਿਵ ਤੇ ਪੋਜ਼ਿਟਿਵ ਸੋਚ ਜਿਹੜੀ ਹੈ ਤੇਰੇ ਕੋਲ ਹੀ ਪਈ ਹੈ। ਆਹਰ ਹਰਜੀਓ ਭਰਿਆ, ਆਹਰ ਕਹਿੰਦੇ ਐਫਰਟ ਨੂੰ, ਵੀ ਸਪੋਜ਼ ਜੇ ਮੈਨੂੰ ਐਨਰਜੀ ਦਿੱਤੀ ਹੈ, ਇਫ ਆਈ ਕੈਨ ਮੂਵ ਮਾਈ ਹੈਂਡਸ, ਮਾਈ ਐਕਚੁਅਲੀ ਫੀਟ, ਆਈ ਕੈਨ ਬਲਿੰਕ ਮਾਈ ਆਈਜ਼, I can speak, I can actually, you can say, smell, I can have actually inhale oxygen, I can think. There are so many things. ਇਹ ਸਾਰੀਆਂ ਆਹਰ ਵਿੱਚ ਆਉਂਦੀਆਂ ਚੀਜ਼ਾਂ। ਆਹਰ ਹਰੀ ਨੇ ਤੇਰੇ 'ਚ ਪਾਇਆ, ਵਾਹਿਗੁਰੂ ਨੇ ਆਹਰ ਦੇ ਕੈਪੇਬਲ ਤੈਨੂੰ ਬਣਾ ਦਿੱਤਾ। ਹੁਣ ਉਸ ਆਹਰ ਨੂੰ ਤੂੰ ਉਦਮ ਵਿੱਚ ਕਨਵਰਟ ਕਰਨਾ, ਜਿਹੜੀ ਤੇਰੇ ਕੋਲ ਐਫਰਟਫੁਲ ਦੀ ਜਿਹੜੀ ਐਬਿਲਿਟੀ ਹੈਗੀ ਹੈ, ਉਸ ਨੂੰ ਤੂੰ ਨੈਕਸਟ ਸਟੈਪ 'ਤੇ ਲੈ ਕੇ ਜਾਣਾ ਹੈ। ਹਾਂ, ਇਹ ਕਰਨ ਦੀ ਬਜਾਏ ਜੇ ਮੈਂ ਇਹ ਕਰੀ ਜਾਵਾਂ, ਚਿਤਵਨੀਆਂ ਚਿਤਵੀ ਜਾਵਾਂ, ਸਕੀਮਾਂ ਲਾਈ ਜਾਵਾਂ, ਸੋਚੀ ਜਾਵਾਂ, ਇੱਧਰੋਂ ਆ ਹੋ ਜਾਏਗਾ, ਇੱਧਰੋਂ ਆ ਹੋ ਜਾਏਗਾ, ਇਸ ਤਰੀਕੇ ਨਾਲ। ਸਪੋਜ਼ ਜੇ ਮੈਂ ਐਗਜ਼ਾਮਪਲ ਹੀ ਕਰਾਂ ਵੀ ਕੋਈ ਮਤਲਬ ਸਾਡੇ ਇੱਥੇ ਆਮ ਕਰਕੇ ਹੁੰਦਾ ਕਿ ਸਾਡੇ ਬੜਾ ਵੱਡਾ ਫੈਨ ਗਰੁੱਪ ਹੈਗਾ ਸਾਡਾ ਟੋਰਾਂਟੋ ਮੇਪਲ ਲੀਫ ਦਾ, ਅਤੇ ਜਿਹੜੀ ਹੈਗੀ ਬਲਿਊ ਜੇਜ਼ ਦਾ, ਜਿਹੜੇ ਹੈਗੀ ਰੈਪਟਰਸ ਵਾਲੀ ਜਿਹੜੀ ਸਾਡੀ ਟੀਮ ਹੈਗੀ ਹੈ। ਪਰ ਅਨਫੋਰਚੂਨੇਟਲੀ ਸਾਡੀਆਂ ਟੀਮਾਂ ਮਤਲਬ ਕਦੀ ਮਤਲਬ ਪਲੇ ਆਫ ਤੱਕ ਨਹੀਂ ਜਾਂਦੀਆਂ, ਉਸ ਤਰੀਕੇ ਨਾਲ ਹੁੰਦਾ। ਅਤੇ ਮੈਂ ਬੱਚਿਆਂ ਨੂੰ ਕਿਵੇਂ ਸਕੀਮਾਂ ਲਾਉਂਦੇ ਦੇਖਦਾ ਵੀ ਜੇ ਕਿਤੇ ਫਲਾਣੀ ਟੀਮ ਹਾਰ ਜੇ ਨਾ ਅੱਜ, ਅਤੇ ਫਲਾਣੀ ਉਸ ਦਿਨ ਉਹਨਾਂ ਤੋਂ ਹਾਰ ਜੇ ਫਲਾਣੀ, ਮਤਲਬ ਉਹ ਕਈ ਵਾਰੀ ਔਨ ਏਅਰ ਆ ਕੇ ਕਹਿ ਰਹੇ ਹੁੰਦੇ ਕਿ 3 ਟੀਮਾਂ ਹਾਰਨ ਦੀ ਲੋੜ ਹੈ ਬਸ, ਦੈਨ ਸਾਡੀ ਟੀਮ ਜਿਹੜੀ ਇਹ ਪਲੇ ਆਫ ਵਿੱਚ ਚਲੀ ਜਾਏਗੀ। ਮਤਲਬ ਉਹ 3 ਹਾਰ ਜਾਣ ਆਪਣੇ ਆਪ, ਅਤੇ ਇਹ ਕੁਛ ਨਾ ਉਸ ਤਰੀਕੇ ਨਾਲ ਵੀ ਸਪੋਜ਼ 3 ਹਾਰ ਕੇ ਵੀ ਇਹ ਪਲੇ ਆਫ ਵਿੱਚ ਚਲੀ ਜਾਏ, ਬਟ ਐਂਡ ਆਫ ਦਾ ਡੇ ਦੇ ਹੈਵ ਟੂ ਪਲੇ। ਸੋ ਸੇਮ ਵੇ ਦੇ ਨਾਲ ਇੱਥੇ ਹੈਗਾ ਕਿ ਜੇ ਮੈਂ ਪੋਜ਼ਿਟਿਵ ਜਾਂ ਨੈਗੇਟਿਵ ਵੇ ਨਾਲ ਸੋਚੀ ਵੀ ਜਾਵਾਂਗਾ, ਪਰ ਅਲਟੀਮੇਟਲੀ ਆਹਰ ਹਰ ਜੀਓ ਭਰਿਆ। ਜੇ ਆਹਰ ਵਾਲਾ ਜਿਹੜੀ ਮੇਰੇ ਅੰਦਰ ਐਬਿਲਿਟੀ ਪਾਈ ਹੈ, ਜੇ ਮੈਂ ਉਹ ਨਹੀਂ ਕਰ ਪਾ ਰਿਹਾ, ਦੈਨ ਡੈਫੀਨੇਟਲੀ ਉਹ ਉਦਮ ਵਿੱਚ ਕਨਵਰਟ ਨਾ ਹੋਣ ਕਰਕੇ ਤੇ ਉਹ ਅੱਗੇ ਜਾ ਕੇ ਰਿਜ਼ਲਟ ਓਰੀਐਂਟਡ ਨਹੀਂ ਹੋਏਗੀ। ਇਜ਼ ਇਟ ਰਾਈਟ ਮੈਂ ਜੋ ਸੋਚ ਰਿਹਾ? ਨਹੀਂ, ਬਿਲਕੁਲ। ਮੈਂ ਬਲਕਿ ਜਿਵੇਂ ਤੁਸੀਂ ਗੱਲ ਕਰ ਰਹੇ ਸੀਗੇ ਕਿ ਐਕਚੁਅਲੀ ਮਿਰੇਕਲ ਜਿਹੜਾ ਲਾਈਫ ਦਾ ਹੈਗਾ, ਜੇ ਤੁਸੀਂ ਪੋਜ਼ਿਟਿਵ ਸੋਚਣਾ ਹੈਗਾ ਤਾਂ ਦੇਖੋ ਕਿ ਬ੍ਰੈਥ ਕਿੱਥੋਂ ਆ ਰਹੀ ਹੈ, ਕਿੱਥੇ ਜਾ ਰਹੀ ਹੈ, ਅਤੇ ਕੀ ਦੇ ਰਹੀ ਹੈ। ਦਿਸ ਇਜ਼ ਅ ਮਿਰੇਕਲ ਆਫ ਲਾਈਫ। ਤੇ ਜੇ ਸਾਨੂੰ ਇੰਨਾ ਵੱਡਾ ਮਿਰੇਕਲ ਹੋ ਰਿਹਾ, ਇਹਦੋਂ ਪੋਜ਼ਿਟਿਵ ਥਿੰਗ ਹੋਰ ਹੋ ਕੀ ਸਕਦੀ ਹੈ? ਯੈਸ, ਇਸ ਤੋਂ ਵੱਡਾ ਮਿਰੇਕਲ ਕੀ ਲੱਭ ਰਹੇ ਹੋ? ਤੇ ਫਿਰ ਹੈਗਾ, ਜੇ ਤੁਹਾਨੂੰ ਇਹਦੀ ਪਹਿਚਾਣ ਆ ਗਈ ਹੈ, ਦੈਨ ਯੂ ਨੀਡ ਟੂ ਡੂ ਸਮ ਐਫਰਟ। ਜਿਹੜੀ ਐਫਰਟ ਹੈਗੀ ਉਹ ਐਕਨੋਲਜਮੈਂਟ ਹੈਗੀ ਆ ਮਿਰੇਕਲ ਦੀ, ਤੇ ਦੂਜਾ ਹੈਗਾ ਗ੍ਰੈਟੀਟਿਊਡ। ਕਿਉਂਕਿ ਜਦੋਂ ਪੋਜ਼ਿਟਿਵਿਟੀ ਦੀ ਆਪਾਂ ਗੱਲ ਕਰਦੇ ਹਾਂ ਤਾਂ ਦੈਟਸ ਵੇ ਪੀਪਲ ਆਲਸੋ ਥਿੰਕ ਕਿ ਵੀ ਸ਼ੁੱਡ ਬੀ ਸ਼ੋਇੰਗ ਗ੍ਰੈਟੀਟਿਊਡ। ਗੱਲ ਹੈ ਕਿ ਜੇ ਤੁਹਾਨੂੰ ਇਹ ਮਿਰੇਕਲ ਦੀ ਲਾਈਫ ਵੀ ਜਿਹੜੀ ਸਮਝ ਆ ਗਈ, ਦੈਨ ਯੂ ਬੀ ਸ਼ੋਇੰਗ ਗ੍ਰੈਟੀਟਿਊਡ ਕਿ ਵਾਹਿਗੁਰੂ ਤੇਰਾ ਸ਼ੁਕਰ, ਹੁਣ ਤੂੰ ਮੈਨੂੰ ਇਸ ਜੋਗਾ ਬਣਾ ਦੇ, ਮੇਰਾ ਹੱਥ ਫੜ ਲਾ, ਮੈਨੂੰ ਉੱਥੇ ਲੈ ਚੱਲ, ਤਾਂ ਕਿ ਉਦਮ ਆਵੇ ਵਿੱਚ, ਐਫਰਟ ਆਵੇ ਵਿੱਚ। ਐਫਰਟ ਆਈ ਤਾਂ ਫਿਰ ਕੰਮ ਆਪੇ ਸਕਸੈਸਫੁਲ ਹੋਊਗਾ, ਕਿਉਂਕਿ ਹੁਣ ਤੁਸੀਂ ਪਰਪਸ 'ਤੇ ਜਾ ਰਹੇ ਹੋ, ਕੋਈ ਪਰਪਸ ਹੈਗਾ। ਸੋ ਪੋਜ਼ਿਟਿਵਿਟੀ ਨੂੰ ਲੈਣਾ ਹੈਗਾ ਤਾਂ ਉਹਨੂੰ ਵੀ ਜਿਹੜਾ ਹੈਗਾ ਛੋਟੀ ਛੋਟੀ ਚੀਜ਼ ਨੋਟਿਸ ਕਰੋ ਆਪਣੀ ਜ਼ਿੰਦਗੀ ਦੇ ਵਿੱਚ, ਆਪਣੇ ਜੀਵਨ ਦੇ ਵਿੱਚ, ਆਪਣੇ ਦਿਨ ਦੇ ਵਿੱਚ, ਕਿ ਹਾਂ ਕਿਵੇਂ ਇਹ ਬਦਲ ਰਿਹਾ, ਕਿਵੇਂ ਮੌਸਮ ਜਾ ਰਿਹਾ, ਕਿੱਥੇ ਹੋ ਰਿਹਾ। ਉਹ ਪੋਜ਼ਿਟਿਵਿਟੀ ਹੈਗੀ ਆ ਅਸਲ। ਜਿਹੜੀ ਦੂਜੀ ਪੋਜ਼ਿਟਿਵਿਟੀ ਬੈਠ ਕੇ ਮੰਤਰ ਪੜ੍ਹਨ ਵਾਲੀ ਗੱਲ ਹੈਗੀ ਹੈ, ਦੈਟਸ ਫਲਾਈਟ। ਕਿ ਤੁਸੀਂ ਫਲਾਈਟ ਲੈ ਲਈ ਅਤੇ ਨਾ ਤਾਂ ਮਨ ਸਮਝਾਇਆ, ਨਾ ਮਨ ਨੂੰ ਬਿਠਾਇਆ, ਪਰ ਦੌੜਦੇ ਰਹੇ ਕਿਤੋਂ, ਡਰ ਤੋਂ ਦੌੜਦੇ ਰਹੇ ਕਿ ਹਾਂ ਨੈਗੇਟਿਵ ਨਾ ਆ ਜਾਵੇ ਕੁਛ। ਪਰ ਨੈਗੇਟਿਵ ਤਾਂ ਆਪਣੀ ਜ਼ੁਬਾਨ ਦੇ ਵਿੱਚ ਹੈਗਾ। ਬਾਬਾ ਕਹਿੰਦਾ, ਬਲਕਿ ਤੁਸੀਂ ਥੈਰੇਪੀ 'ਚ ਵੀ ਕਰਦੇ ਹੋਵੋਗੇ ਗੱਲ ਇਸ ਗੱਲ ਦੀ, ਅਤੇ ਆਪਾਂ ਪਹਿਲਾਂ ਕੀਤੀ ਹੈ ਕਿ ਚੇਂਜ ਦਾ ਵੇ ਯੂ ਥਿੰਕ। ਬਾਬਾ ਕਹਿੰਦਾ ਕਿ ਮੈਂ ਤੁਹਾਡੀ ਸੋਚ ਬਦਲ ਦਿੱਤੀ, ਤੁਸੀਂ ਉਸ ਸੋਚ ਨੂੰ ਲੈ ਕੇ ਆਪਣੇ ਅੰਦਰ ਆਓ। ਫਿਰ ਉਹ ਸੋਚ ਨੂੰ ਜਦੋਂ ਅੰਦਰ ਬਿਠਾ ਲਿਆ, ਫਿਰ ਉਹ ਸੋਚ ਤੋਂ ਕੰਮ ਕਰਾਓ, ਕਿਉਂਕਿ ਸਕੀਮਾਂ ਜੋ ਕਹਿੰਦੇ ਆ ਵੀ ਆਖਰ ਉਹ ਪਲੇ ਆਫ 'ਤੇ ਪਹੁੰਚ ਵੀ ਗਏ, ਪਰ ਖੇਲਣਾ ਤਾਂ ਫੇਰ ਵੀ ਪੈਣਾ।
ਹਾਂ, ਇਹ ਤਿੰਨੇ ਟੀਮਾਂ ਹਾਰ ਗਈਆਂ, ਉਹ ਇਹ ਸਮਹਾਉ ਇਹਨਾਂ ਨੂੰ ਪਲੇ ਆਫ ਦਾ ਟਿਕਟ ਮਿਲ ਗਿਆ ਵੀ ਲੈਟਸ ਗੋ देयर, ਬਟ ਇਫ ਦੇ ਆਰ ਨਾਟ ਪਲੇਇੰਗ ਔਨ ਦੈਟ ਲੈਵਲ ਦੈਨ ਹਾਂ ਹਾਂ। ਸੋ ਕਿਤੇ ਨਾ ਕਿਤੇ ਇੰਗੇਜ ਕਰਨਾ ਪੈਂਦਾ ਕਿ ਜੋ ਹੋ ਰਿਹਾ ਆਲੇ ਦੁਆਲੇ ਉਹ ਕੀ ਹੈ, ਔਰ ਉਹ ਕਿਤੇ ਨਾ ਕਿਤੇ ਵਾਤਾਵਰਨ ਬਦਲਣਾ ਪੈਣਾ। ਹਾਂ, ਇੱਕ ਲਈ ਬਹੁਤ ਮੁਸ਼ਕਿਲ ਆ, ਪਰ ਗੱਲ ਹੈ ਕਿ ਮੂਵਮੈਂਟ ਜਿਹੜੀ ਹੈਗੀ ਹੈ, ਮੂਵਮੈਂਟ ਆਉਂਦੀ ਹੈ ਜਦੋਂ ਆਪਾਂ ਹੁਣ ਉੱਥੇ ਆਪਾਂ ਗਏ ਸੀਗੇ, ਉਹ ਇੱਕ ਬੱਚਾ ਅੱਗੇ ਆਇਆ ਤੇ ਨਾਲ ਦੇ ਵੀ ਅੱਗੇ ਆਉਣ ਲੱਗ ਪਏ ਹੌਲੀ ਹੌਲੀ। ਗੱਲ ਹੈ ਕਿ ਜੋ ਇੱਕ ਬੰਦਾ ਅੱਗੇ ਆਉਂਦਾ ਤਾਂ ਨਾਲ ਦੇ ਹੌਲੀ ਹੌਲੀ, ਠੀਕ ਹੈ ਵਕਤ ਲੱਗਦਾ ਪਰ ਹੌਲੀ ਹੌਲੀ ਅੱਗੇ ਆਉਂਦੇ ਨੇ। ਜੇ 5 ਪਿਆਰਿਆਂ 'ਚ ਪਹਿਲਾਂ ਇੱਕ ਉੱਠਿਆ ਤਾਂ ਬਾਕੀ ਹੌਲੀ ਹੌਲੀ ਉੱਠ ਕੇ ਆ ਗਏ। ਤੀਜੇ ਚੌਥੇ ਮੂਵਮੈਂਟ ਨੂੰ ਥੋੜ੍ਹਾ ਜਿਹਾ ਟਾਈਮ ਚਾਹੀਦਾ ਹੁੰਦਾ, ਪਰ ਮੂਵਮੈਂਟ ਚਲਾਉਣ ਲਈ ਵੀ ਕੋਈ ਚਾਹੀਦਾ ਹੁੰਦਾ, ਅਤੇ ਮੂਵਮੈਂਟ ਨੂੰ ਵੀ ਅਕਾਊਂਟੇਬਲ ਹੋਲਡ ਕਰਨ ਲਈ ਵੀ ਕੋਈ ਚਾਹੀਦਾ। ਸੋ ਹੈਗਾ ਕਿ ਜੇ ਪੋਜ਼ੀਟਿਵਿਟੀ ਲੈ ਕੇ ਆਉਣੀ ਹੈ ਤਾਂ ਇਸ ਤੌਰ 'ਤੇ ਲੈ ਕੇ ਆਓ ਕਿ ਜੇ ਮੈਂ ਬਦਲਦਾ, ਸਮਾਜ ਮੇਰੇ ਨਾਲ ਬਦਲ ਰਿਹਾ। ਇੱਕ ਇਨਸਪੀਰੇਸ਼ਨ ਰੋਲ ਜਿਹੜਾ ਹੈਗਾ, ਆਈਦਰ ਜੇ ਤੁਹਾਨੂੰ ਕੋਈ ਪਲੇ ਕਰਨ ਵਾਸਤੇ ਨਹੀਂ ਮਿਲ ਰਿਹਾ ਤਾਂ ਮੇਰੇ ਖਿਆਲ ਤੁਸੀਂ ਪਿਕ ਕਰੋ, ਤੁਸੀਂ ਪਿਕ ਕਰਕੇ ਇੰਸਪੀਰੇਸ਼ਨ ਰੋਲ ਵਿੱਚ ਲੈ ਕੇ ਜਾਓ, ਤਾਂ ਕਿ ਤੁਸੀਂ ਕਹੋ ਕਿ ਦੇਖੋ ਬਾਬੇ ਨੇ ਮੈਨੂੰ ਇਹ ਖਿਆਲ ਦਿੱਤਾ ਆ ਕਿ ਮੈਂ ਹੱਥ ਵਧਾਵਾਂ ਮਦਦ ਵਾਸਤੇ। ਹਾਂਜੀ, ਮੇਰਾ ਹੱਥ ਫੜੋ, ਅਤੇ ਹੋ ਸਕਦਾ ਮੈਂ ਹੁਣ ਤੁਹਾਡਾ ਹੱਥ ਫੜਾਂ ਅਤੇ ਤੁਸੀਂ 2 ਕਦਮ ਅੱਗੇ ਤੁਰੋ, ਤੁਹਾਡਾ ਹੌਸਲਾ ਵਧੇ, ਤੁਸੀਂ ਕੋਈ ਘਬਰਾ ਨਾ, ਹੁਣ ਮੈਂ ਤੇਰਾ ਹੱਥ ਫੜਦਾ। ਇਨੇ ਵੇ ਅਸੀਂ ਬੈਕ ਐਂਡ ਫੋਰਥ ਅਤੇ ਹਰ ਮੁਸ਼ਕਿਲ ਵਾਸਤੇ, ਜ਼ਿੰਦਗੀ ਦੀਆਂ ਮੁਸ਼ਕਿਲਾਂ ਅੱਜ ਦੇ ਬਦਲਦੇ ਦੌਰ ਵਿੱਚ ਛੋਟੀਆਂ ਨਹੀਂ ਹੈਗੀਆਂ। ਆਪਾਂ ਇੱਕ ਛੋਟੇ ਜਿਹੇ ਫਾਈਨੈਂਸ਼ੀਅਲ ਕ੍ਰਾਈਸਿਸ ਤੋਂ ਲੈ ਕੇ ਅਤੇ ਫੈਮਿਲੀ ਦੇ ਟੋਟਲ ਡੋਮੈਸਟਿਕ ਇਨਵਾਇਰਮੈਂਟ ਤੱਕ ਚਲੇ ਜਾਈਏ, ਵੀ ਆਰ ਸਟਰਗਲਿੰਗ ਵਿਦ ਸੋ ਮੈਨੀ ਏਰੀਆਜ਼ ਐਂਡ ਵੇਅਰ ਪੀਪਲ ਆਰ ਥਿੰਕਿੰਗ ਵੀ ਆਰ ਸਟਕ। ਫਿਰ ਕਈ ਵਾਰ ਲੋਕ ਕਹਿਣਗੇ ਕੁਝ ਆਲੇ ਦੁਆਲੇ ਤੋਂ ਕਿ ਓਕੇ ਥਿੰਕ ਪੋਜ਼ੀਟਿਵ, ਬੀ ਪੋਜ਼ੀਟਿਵ, ਜਿਵੇਂ ਆਪਾਂ ਜਿੱਥੋਂ ਬਾਤ ਸ਼ੁਰੂ ਕੀਤੀ ਸੀਗੀ, ਅਤੇ ਉਹ ਕਿਹੜਾ ਥਿੰਕ ਪੋਜ਼ੀਟਿਵ, ਬੀ ਪੋਜ਼ੀਟਿਵ ਰਹਿਣ ਦੇ ਨਾਲ ਕੁਝ ਵੀ ਨਹੀਂ ਬਦਲ ਪਾ ਰਿਹਾ, ਕਿਉਂਕਿ ਜਿਹਨੇ ਤੁਸੀਂ ਗੱਲ ਕੀਤੀ ਜਿਹੜੇ ਐਕਸ਼ਨ ਰਿਕੁਆਇਰਡਸ ਹੈਗੇ ਨੇ ਉਹਨਾਂ ਦੇ ਬਾਬਤ ਕੋਈ ਸੋਚ ਨਹੀਂ ਰਿਹਾ। ਸੋਚਿਆ ਹੀ ਜਾ ਰਿਹਾ ਕੋਈ ਆਵੇਗਾ ਬਚਾ ਲੇਗਾ, ਆ ਸਮਾਂ ਹੈ, ਇਸ ਤਰੀਕੇ ਨਾਲ ਇੱਕ ਦਿਨ ਲੰਘ ਜਾਏਗਾ, ਇਸ ਤਰੀਕੇ। ਪਰ ਐਂਡ ਆਫ ਦਾ ਡੇ ਜਿਹੜੀ ਉਹ ਐਕਟ ਕਰਨਾ ਆ, ਜਿਹੜਾ ਉਹ ਬਦਲਾਅ ਵਾਲੇ ਕਨਸੈਪਟ ਦੇ ਵਿੱਚ ਉਹਦੀ ਜਿਹੜੀ ਹੈ ਕਮੀ ਜਿਹੜੀ ਹੈ ਉਹ ਰਹੇਗੀ, ਅਤੇ ਫਿਰ ਉਹ ਚੀਜ਼ ਪੂਰੀ ਨਹੀਂ ਹੋ ਸਕੇਗੀ। ਜੇ ਮੈਂ ਤੁਹਾਨੂੰ ਐਗਜ਼ੈਕਟਲੀ ਸ਼ਾਰਪਨ ਕਹਾਂ, ਤੁਸੀਂ ਨੈਗੇਟਿਵ ਐਗਜ਼ਾਮਪਲ, ਨੈਗੇਟਿਵ ਸੋਚਣ ਦੀ ਜਾਂ ਜਸਟ ਨੈਗੇਟਿਵ ਐਨਰਜੀ ਦੀ ਕੋਈ ਐਗਜ਼ਾਮਪਲ ਦਿਓ ਤਾਂ ਕੀ ਦੇਵੋਗੇ? ਵੀ ਮੈਂ ਕਹਾਂ ਵੀ ਉਹ ਹੋਏ ਬੰਦੇ ਤੂੰ ਬੜੀ ਨੈਗੇਟਿਵ ਐਨਰਜੀ ਵੀ ਦੇ ਰਿਹਾ ਮੈਨੂੰ। ਸੌਰੀ, ਮੈਂ ਇੱਥੇ ਆਉਣ ਤੋਂ ਪਹਿਲਾਂ ਮੈਂ ਇੱਕ ਥੋੜ੍ਹੀ ਜਿਹੜੀ ਤੁਸੀਂ ਇੱਕ ਪਹਿਲਾਂ ਗੱਲ ਕੀਤੀ ਹੈ ਕਿ ਅਸੀਂ ਵੇਟ ਕਰਦੇ, ਕਿਉਂਕਿ ਵੈਸਟਰਨ ਥੋਟ ਦੇ ਵਿੱਚ ਨਾ ਇੱਕ ਬੜੀ ਵੱਡੀ ਚੀਜ਼ ਹੈਗੀ ਕਿ ਮਸਾਇਆ ਦੀ ਵੇਟ ਕਰਨੀ ਹੈ। ਜੀ ਜੀ ਜੀ, ਜਿਹੜੀਆਂ ਆ ਰਹੀਆਂ ਨੇ ਸਾਈਕੋਲੋਜੀ 'ਚ, ਜਿਵੇਂ ਵੀ ਕਹਿ ਰਹੇ, ਇਹਨਾਂ ਦਾ ਮੂਲ ਆਖਰ ਉਹੀ ਹੈ ਕਿ ਕਿਸੇ ਦੀ ਵੇਟ ਕਰ ਰਹੇ ਹਾਂ। ਮੰਤਰ ਪੜ੍ਹਨੇ ਨੇ ਤੇ ਕੋਈ ਆਊਗਾ ਤੁਹਾਨੂੰ ਸੇਵ ਕਰੂਗਾ। ਸੋ ਉਹ ਉੱਥੇ ਉਹ ਛੱਡ ਕੇ, ਸੋ ਵੀ ਨੀਡ ਟੂ ਬੀ ਥੋਟਫੁਲ, ਮਾਈਂਡਫੁਲ ਆਫ ਦੈਟ। ਪਰ ਜਿਹੜੀ ਤੁਸੀਂ ਗੱਲ ਕੀਤੀ ਹੈ ਨੈਗੇਟਿਵ ਦੀ, ਹੁਣ ਸਿਰਫ ਇੰਨਾ ਹੀ ਆ ਕੇ ਕਹਿਣਾ ਕਿ ਅੱਜ ਨਾ ਗਰਮੀ ਬਹੁਤ ਆ, ਠੀਕ ਹੈ, ਚੰਗੇ ਭਲੇ ਬੈਠੇ ਸੀਗੇ, ਏਅਰ ਕੰਡੀਸ਼ਨਰ ਆ ਕੇ ਨੈਗੇਟਿਵ ਕਰ ਦਿੱਤਾ। ਗੱਲ ਹੈ ਕਿ ਠੀਕ ਗੱਲ ਵੀ ਗਰਮੀ ਹੈਗੀ ਬਹੁਤ ਆ, ਪਰ ਇਹ ਐਕਸੈਪਟ ਕਰਨਾ, ਕਿ ਐਕਨੋਲਜ ਕਰਨਾ ਕਿ ਗਰਮੀ ਹੈਗੀ ਬਹੁਤ ਹੈ, ਏਅਰ ਕੰਡੀਸ਼ਨਰ ਤੋਂ ਕੁਛ ਨਹੀਂ ਲੈਂਦਾ, ਪਰ ਇਹ ਐਕਨੋਲਜ ਕਰ ਦਿੰਦਾ ਕਿ ਜੇ ਇੱਥੇ ਇਸ ਵੇਲੇ ਬੜਾ ਕੂਲ ਹੈਗਾ ਤਾਂ ਦੇयर इज़ अ ਰੀਜ਼ਨ ਫॉर ਇਟ। ਇੱਥੇ ਉਦਮ ਕੀਤਾ ਲੋਕਾਂ ਨੇ, ਇਹ ਬਣਾ ਲਿਆ, ਨਹੀਂ ਤੇ ਉਹੀ ਬਾਹਰ ਜੋ ਸੀਗਾ ਉਹੀ ਇੱਥੇ ਹੋਣਾ ਸੀਗਾ। ਸੋ ਇਹ ਹੈਗਾ ਕਿ ਹਾਂ ਨੈਗੇਟਿਵ ਥਿੰਕਿੰਗ ਜੋ ਅਸੀਂ ਗੱਲ ਕਰਦੇ ਹਾਂ ਨਾ ਵੀ ਹਾਂ ਆ ਖਤਮ ਨਹੀਂ ਹੋਇਆ, ਆ ਪੂਰਾ ਨਹੀਂ ਕੀਤਾ, ਅਸੀਂ ਇਹ ਗੱਲਾਂ ਕਰਦੇ ਹਾਂ, ਉੱਥੇ ਉਹਦੇ 'ਚ ਇੱਕ ਐਕਨੋਲਜਮੈਂਟ ਵੀ ਹੈਗੀ ਹੈ ਅਤੇ ਇੱਕ ਫਰਸਟ੍ਰੇਸ਼ਨ ਵੀ ਹੈਗੀ ਹੈ। ਫਰਸਟ੍ਰੇਸ਼ਨ ਹੈ ਇਹ ਹੈਗੀ ਹੈ ਕਿ ਆਸ ਸੀਗੀ ਕਿ ਪੂਰਾ ਹੋ ਜਾਊਗਾ, ਪਰ ਹੋਇਆ ਨਹੀਂ। ਪਰ ਉਹਦੀ ਜਗ੍ਹਾ ਜਿਹੜੀ ਹੈਗੀ ਹੈ, ਜਿਹੜਾ ਬੰਦਾ ਸੁਣਦਾ ਉਹ ਕਹਿੰਦਾ ਕਿ ਬਸ ਮੈਨੂੰ ਇੱਕ ਤਰ੍ਹਾਂ ਦਾ ਵੀ ਦੱਸਿਆ ਹੀ ਜਾ ਰਿਹਾ ਕਿ ਮੈਂ ਇਨਫ ਨਹੀਂ ਹੈਗਾ। ਜਿਹੜੀ ਨੈਗੇਟਿਵ ਥੋਟ ਹੈਗੀ ਹੈ ਨਾ, ਅਸਲ ਤਾਂ ਉਹ ਚੀਜ਼ ਹੈ ਕਿ ਇਨਫ ਨਹੀਂ ਹੈਗਾ, ਜਿਹੜਾ ਕਿ ਤੁਸੀਂ ਇਕਨੋਲਜ ਕਰ ਸਕਦੇ ਹੋ ਵਿਦਆਊਟ ਇਟ ਬੀਇੰਗ ਨੈਗੇਟਿਵਿਟੀ। ਪੋਜ਼ੀਟਿਵ ਥੋਟ ਜਿਹੜੀ ਹੈਗੀ ਉਹ ਹੈਗਾ ਕਿ ਆਪਾਂ ਹੁਣ ਇੱਥੇ ਪਹੁੰਚ ਗਏ, ਹੁਣ ਆਪਾਂ ਅਗਾਂਹ ਕਿਵੇਂ ਜਾਣਾ, ਕਿਉਂਕਿ ਉਹਦੇ ਲਈ ਵੀ ਐਕਸ਼ਨ ਚਾਹੀਦਾ। ਉੱਥੇ ਨੈਗੇਟਿਵ ਅਤੇ ਪੋਜ਼ੀਟਿਵ ਦੋਨੋਂ ਇੱਕੋ ਤੌਰ 'ਤੇ ਆ ਗਏ, ਕਿਉਂਕਿ ਤੁਸੀਂ ਇਕਨੋਲਜ ਕਰ ਰਹੇ ਹੋ ਜਿੱਥੋਂ ਆਪਾਂ ਸ਼ੁਰੂ ਕੀਤਾ ਸੀ ਕਿ ਗਲਾਸ ਹਾਫ ਫੁੱਲ ਹੈਗਾ ਅਤੇ ਹਾਫ ਐਮਟੀ ਹੈਗਾ। ਪਰ ਗੱਲ ਇਹ ਹੈਗੀ ਹੈ ਕਿ ਆਪਾਂ ਇਹਨੂੰ ਵਰਤਣਾ ਕਿਵੇਂ ਹੈ, ਤੇ ਦੋਨਾਂ ਨੂੰ ਹੀ ਪਹਿਲਾਂ ਐਕਸੈਪਟ ਕਰਨਾ। ਹਾਂ, ਇਹ ਨਹੀਂ ਕਹਿ ਸਕਦੇ ਕਿ ਹਾਫ ਐਮਪਟੀ ਹੈਗਾ, ਉਹ ਇਹ ਤੇ ਇਸ ਤਰੀਕੇ ਨਾਲ, ਤੇ ਜਾਂ ਦੂਜੇ ਨੇ ਕਹੀ ਜਾਣਾ ਨਹੀਂ ਨਹੀਂ ਤੂੰ ਇਹਦੇ ਬਾਰੇ ਸੋਚ ਹੀ ਨਾ, ਉਹਨੂੰ ਧਿਆਨ ਹੀ ਨਾ ਦੇ।
ਮੈਂਟਲ ਹੈਲਥ ਕ੍ਰਾਈਸਿਸ ਦੀ ਜਿਹੜੀ ਅਸੀਂ ਗੱਲ ਕੀਤੀ, ਫਰਸਟ੍ਰੇਸ਼ਨ ਦੀ ਗੱਲ ਕੀਤੀ, ਸਮਹਾਉ ਸਾਡਾ ਟਾਈਮ ਥੋੜਾ ਰਹਿ ਗਿਆ। ਅੱਜ ਮੈਂ ਦੇਖਦਾ ਕਿ ਬੱਚਿਆਂ ਨੂੰ ਇਹ ਨਹੀਂ ਪਤਾ ਹਾਊ ਟੂ ਡੀਲ ਵਿਦ देयर ਓਨ ਫਰਸਟ੍ਰੇਸ਼ਨ। ਹਾਂ, ਕਿਉਂਕਿ ਜਿੱਥੇ ਫਰਸਟ੍ਰੇਸ਼ਨ ਜਾ ਕੇ ਹੋਣੀ ਉੱਥੇ ਹੋਣੀ ਜਦੋਂ ਖਾਲੀ ਗਲਾਸ ਦਿਸਣਾ। ਹਾਂ, ਤੇ ਜੇ ਰਿਐਲਿਟੀ ਹੈਗੀ, ਰਿਐਲਿਟੀ 'ਚ ਉਹਨਾਂ ਨੂੰ ਦੱਸਿਆ ਜਾਏ ਵੀ ਆਹ ਖਾਲੀ ਹੈ, ਆਹ ਭਰਿਆ ਹੈ। ਇਹ ਦੋਨੋਂ ਨੇ ਇਸ ਰੂਪ ਦੇ ਵਿੱਚ। ਹੁਣ ਆਪਾਂ ਇਹਨਾਂ ਦੋਨਾਂ ਨੂੰ ਐਜ਼ ਇਟ ਇਜ਼ ਪਰਸੀਵ ਕਰਕੇ ਅਡਾਪਟ ਕੀਤਾ, ਐਕਸੈਪਟ ਕੀਤਾ। ਹੁਣ ਐਕਸ਼ਨ ਰਿਕੁਆਇਰ ਕੀ ਹੈ ਇਹਦੇ ਵਿੱਚ? ਪੋਜ਼ਿਟਿਵ ਥਿੰਕਿੰਗ ਇਹਦੇ, ਜਿਵੇਂ ਤੁਸੀਂ ਕਿਹਾ ਕਿ ਇਹੀ ਹੋਏਗੀ ਕਿ ਸਾਡੇ ਕੋਲ ਸਿਰਫ ਇੰਨਾ ਹੀ ਹੈ, ਆਪਾਂ ਇਹਨੂੰ ਵਧਾਉਣ ਬਾਰੇ ਵੀ ਸੋਚਾਂਗੇ, ਪਰ ਇਸ ਤੇ ਜਸਟ ਯੂਜ਼ ਕਰਨ ਵਾਸਤੇ ਸਾਡੇ ਕੋਲ ਇੰਨਾ ਹੈ। ਸੋ ਇਸੇ ਨੂੰ ਅਸੀਂ ਜਿਹੜਾ ਯੂਜ਼ ਕਰਦਿਆਂ ਹੋਇਆਂ ਆਪਣਾ ਜਿਹੜਾ ਉਹ ਕੰਮ ਸਾਰਨਾ ਹੈ, ਕੁਛ ਉਸ ਤਰੀਕੇ ਇਹ ਸਾਰਿਆਂ ਨੂੰ ਪੋਜ਼ਿਟਿਵਿਟੀ ਲਿਆ ਜਾਏ। ਹਾਂਜੀ, ਬਿਲਕੁਲ ਬਿਲਕੁਲ ਜੀ। ਤੇ ਜਿਹੜਾ ਨੈਗੇਟਿਵ ਦਾ ਕਨਸੈਪਟ ਹੈਗਾ ਉਹ ਹੈਗਾ ਕਿ ਇਸ ਸਾਰੇ ਦੀ ਜਿਹੜੀ ਰੀਅਲ ਸਾਡੀ ਗੱਲਬਾਤ ਹੋਣੀ ਚਾਹੀਦੀ ਉਹ ਤੁਸੀਂ ਟੁੱਟ ਜਾਈ, ਕਿਸੇ ਤਰੀਕੇ ਨਾਲ ਵੀ ਟੁੱਟ ਜਾਈ। ਉਸ ਰਿਐਲਿਟੀ ਨੂੰ ਅਸੀਂ ਜਿਹੜਾ ਹੈਗਾ ਇਗਨੋਰ ਕਰਨ ਦੀ ਕੋਸ਼ਿਸ਼ ਕਰੀਏ, ਆਈਦਰ ਵੀ ਟਰਾਈ ਟੂ ਫਲਾਈ ਫਰੋਮ ਦੇਅਰ ਰਿਐਲਿਟੀ। ਇਹਨਾਂ ਦੋਨਾਂ ਰੂਪਾਂ 'ਚ। ਹਾਂ, ਬਾਬਾ ਜੀ ਦੀ ਬਾਣੀ ਨੇ ਸਾਨੂੰ ਇਹ ਸਿਖਾਇਆ ਕਿ ਇਸ ਸੰਸਾਰ ਦੇ ਵਿੱਚ ਮੁਸ਼ਕਲਾਂ, ਤਕਲੀਫਾਂ ਸਭ ਚੀਜ਼ਾਂ ਨਾਲ ਨਾਲ ਚੱਲਦੀਆਂ। ਜਿਵੇਂ ਅਸੀਂ ਸ਼ਬਦ ਪੜ੍ਹਦੇ ਹੈਗੇ ਆ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨਣਾ, ਸੁਖ ਸਨੇ ਅਰ ਪੈ ਨਹੀਂ ਜਾਂ ਕਾ ਕੰਚਨ ਮਾਟੀ ਮਾਨਣਾ। ਕੰਚਨ ਸੋਨੇ ਨੂੰ ਕਹਿੰਦਾ, ਸੋਨੇ ਦਾ ਬਾਜ਼ਾਰ ਦੇ ਵਿੱਚ ਕਦੀ ਭਾਅ ਘਟਿਆ ਨਹੀਂ ਤੇ ਨਾ ਕਦੀ ਘਟਣਾ ਆ। ਪਰ ਸੱਚ ਇਹ ਹੈ, ਸੋਨੇ ਤੇ ਮਿੱਟੀ ਇਹਨਾਂ ਦੋਨਾਂ ਨੂੰ ਫਰਕ ਕਰਨਾ, ਤੇ ਫਰਕ ਇਸ ਰੂਪ ਵਿੱਚ ਕਰਨਾ ਕਿ ਜਿਹੜਾ ਸੋਨਾ ਕਹਿੰਦੇ ਨੇ ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ, ਇਹੋ ਜਿਹੇ ਸੋਨੇ ਦੇ ਸੁਪਨੇ ਵੀ ਕੀ ਕਰਨੇ, ਜਿਹੜੇ ਸੁਪਨੇ ਅੱਜ ਦੇ ਜਿਉਣ ਨੂੰ, ਅੱਜ ਦੇ ਰਹਿਣ ਨੂੰ ਸਾਨੂੰ ਤੋੜਦੇ ਹੈਗੇ ਨੇ। ਪੋਜ਼ਿਟਿਵਿਟੀ ਨੈਗੇਟਿਵਿਟੀ ਦਾ ਕਨਸੈਪਟ ਇਹੀ ਹੈਗਾ ਆ ਕਿ ਆਪਣੇ ਆਪ ਨੂੰ ਰਿਐਲਿਟੀ ਦੇ ਵਿੱਚ, ਅਸਲੀਅਤ ਦੇ ਵਿੱਚ ਰੱਖਣਾ। ਅਸਲੀਅਤ ਤੇ ਜਿਹੜਾ ਕਰਮ ਸਾਡੇ ਤੋਂ ਰਿਕੁਆਇਰਡ ਹੈ, ਉਦਮ ਰਿਕੁਆਇਰਡ ਹੈ, ਉਹਦੇ ਉੱਤੇ ਸਾਡਾ ਯਤਨ ਹੋਣਾ, ਉਹਦੇ ਉੱਤੇ ਅਸੀਂ ਪ੍ਰਯਾਸਰਤਾ ਕਰਨੀ। ਗੁਰਬਾਣੀ ਪ੍ਰੋਗਰਾਮ ਰਾਹੀਂ ਆਪ ਸਮੂਹ ਦਾ ਜੁੜਨ ਵਾਸਤੇ ਧੰਨਵਾਦ। ਵੇਖਦੇ ਰਹਿਣਾ। ਫੀਡਬੈਕ ਲਈ ਵੀ ਬੜਾ ਧੰਨਵਾਦ। ਅਗਲਾ ਐਪੀਸੋਡ ਇੱਕ ਨਵੀਂ ਵਿਚਾਰ ਦੇ ਨਾਲ ਲੈ ਕੇ ਹਾਜ਼ਰ ਹੋਣ ਦੀ ਕੋਸ਼ਿਸ਼ ਕਰਾਂਗੇ। ਅੱਜ ਵਾਸਤੇ ਇੱਥੇ ਅਸੀਂ ਫਤਿਹ ਬੁਲਾਉਂਦੇ ਹਾਂ। ਕਹਿ ਦੇਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।